ਇੱਕ ਇਹੋ ਜਿਹੀ ਕੁੜੀ ਨਾਲ ਤੁਹਾਨੂੰ ਮਿਲਾਨ ਜਾ ਰਹੀ ਹਾਂ ਜਿਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਆਪਣਾ ਆਪਾ ਆਪ ਖੜਾ ਕੀਤਾ, ਆਪਣਾ ਨਾਮ ਬਣਾਇਆ ਤੇ ਭਾਵੇਂ ਸਪੈਸ਼ਲੀ ਡਿਸੇਬਲਡ ਨੇ ਬਟ ਫਿਰ ਵੀ ਆਪਣਾ ਨਾਮ ਕਮਾਇਆ ਤੇ ਇੱਕ ਐਡਵੋਕੇਟ ਜੋ ਬਣਨਾ ਚਾਹੁੰਦੇ ਸੀਗੇ ਉਹ ਬਣੇ। ਇਸ ਦੇ ਦੌਰਾਨ ਜਦੋਂ ਮੈਂ ਕੋਰਟ 'ਚ ਗਈ ਤਾਂ ਇੱਕ ਸੁਪਨਾ ਸੀ ਅੱਖਾਂ 'ਚ, ਕਿਉਂਕਿ ਆਨ ਤਾਂ ਮੈਂ ਬੁਟੀਕ ਤੋਂ ਵੀ ਕਰ ਰਹੀ ਸੀ। 15 ਸਾਲ ਮੈਂ ਬੁਟੀਕ ਚਲਾਈ ਹੈ ਐਮਏ ਕਰਨ ਤੋਂ ਬਾਅਦ, ਔਰ 15 ਸਾਲ ਤੋਂ ਬਾਅਦ ਸਟੱਡੀ ਨੂੰ ਹੱਥ ਲਗਾਇਆ ਸੀ ਮੈਂ ਲਾਅ ਦੀ। ਕਿ ਉਹਨਾਂ ਮੈਨੂੰ ਰਿਸਪੌਂਸ ਨਹੀਂ ਮਿਲਿਆ ਜਿੰਨਾ ਹੋਰ ਐਡਵੋਕੇਟਸ ਨੂੰ ਮਿਲ ਰਿਹਾ ਸੀ ਜੋ ਅੰਡਰ ਪ੍ਰੈਕਟਿਸ ਸੀ, ਕਿਉਂਕਿ ਮੇਰੀ ਵੱਖਰੀ ਪਹਿਚਾਨ ਬਣਨੀ ਸੀ। ਔਰ ਇੱਕ ਦਿਨ ਉਹ ਵੀ ਸੀ ਜਿਸ ਦਿਨ ਮੈਂ ਆਪਣੀ ਮਾਂ ਦੇ ਗੋਦੀ ਸਿਰ ਰੱਖ ਕੇ ਇਸੇ ਬੁਟੀਕ ਚਲਦੀ ਸੀ ਇੱਥੇ ਇਸੇ ਕਮਰੇ ਦੇ ਵਿੱਚ ਰੋਈ ਸੀ, ਬਹੁਤ ਰੋਈ ਸੀ। ਤੇ ਮੇਰੀ ਮੰਮੀ ਨੇ ਕਿਹਾ ਕਿ ਛੱਡ ਦੇ, ਕਿਉਂ ਐਵੇਂ ਪੰਗਾ ਪਾਇਆ ਹੋਇਆ, ਤੂੰ ਛੱਡ ਦੇ। ਕਿਸੇ ਨੇ ਉਸ ਟਾਈਮ ਮੇਰੇ ਮੰਮੀ ਦੇ ਦੌਰਾਨ ਮਤਲਬ ਕੁਝ ਸ਼ਬਦ ਐਦਾਂ ਦੇ ਕਹੇ ਸੀ ਕਿ ਤੁਹਾਨੂੰ ਤਾਂ ਹਜੇ ਜ਼ਿੰਦਗੀ ਭਰ ਲੋੜ ਪੈਣੀ ਹੈ। ਔਰ ਲੈਫਟ ਪੈਰ ਦੇ ਵਿੱਚ ਬਹੁਤ ਜ਼ਬਰਦਸਤ ਲੱਗੀ ਸੀ ਔਰ ਖੂਨ ਨਿਕਲ ਰਿਹਾ ਸੀ, ਜਿਹੜਾ ਖੂਨ ਮੇਰੀ ਪੈਂਟ ਦੇ ਬਾਹਰ ਮਤਲਬ ਨਜ਼ਰ ਆ ਰਿਹਾ ਸੀ। ਬਲੈਕ ਕਲਰ ਦੀ ਪੈਂਟ ਹੁੰਦੀ ਆ, ਉਹਦੇ 'ਚ ਆਰਾਮ ਨਾਲ ਨਜ਼ਰ ਆ ਰਿਹਾ ਸੀ ਡਾਰਕ ਕਲਰ ਦੇ ਵਿੱਚ। ਤਾਂ ਇੱਕ ਐਡਵੋਕੇਟ ਨੇ ਉਸ ਨੂੰ ਦੇਖ ਲਿਆ, ਕਿਉਂਕਿ ਐਡਵੋਕੇਟ ਦੇਖਦੇ ਆ ਹਰ ਚੀਜ਼ ਨੂੰ, ਔਰ ਕਿਨਾਰੇ ਜਾ ਕੇ ਕਿਹਾ, ਮੈਡਮ ਤੁਹਾਡੇ ਪੈਰ 'ਚੋਂ ਬਲੀਡਿੰਗ ਹੋ ਰਹੀ ਹੈ, ਡਿਸਪੈਂਸਰੀ ਲੈ ਚਲੋ। ਮੈਂ ਮੁਸਕਰਾ ਕੇ ਅੱਗੇ ਉਹਨੂੰ ਕਿਹਾ ਕਿ ਨਹੀਂ ਸਰ, ਕੋਈ ਗੱਲ ਨਹੀਂ, ਇਹ ਖੂਨ ਨਿਕਲਿਆ, ਕੋਈ ਗੱਲ ਨਹੀਂ, ਮੈਂ ਆਪਣੇ ਆਪ ਹੀ ਡਰੈਸਿੰਗ ਕਰਾਂਗੀ ਇਹਦੀ, ਮੈਨੂੰ ਯਾਦ ਰਹੇਗਾ ਕਿ ਮੈਂ ਮਿਹਨਤ ਕਰਦੇ ਹੋਏ ਗਈ। ਜੇ ਤੁਸੀਂ ਮਿਹਨਤੀ ਹੋ ਤਾਂ ਦੁਨੀਆ ਦੀ ਕੋਈ ਵੀ ਚੀਜ਼ ਤੁਹਾਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ। ਤੇ ਅੱਜ ਇੱਕ ਇਹੋ ਜਿਹੀ ਮਿਸਾਲ, ਇੱਕ ਇਹੋ ਜਿਹੀ ਕੁੜੀ ਨਾਲ ਤੁਹਾਨੂੰ ਮਿਲਾਨ ਜਾ ਰਹੀ ਹਾਂ ਜਿਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਆਪਣਾ ਆਪਾ ਆਪ ਖੜਾ ਕੀਤਾ, ਆਪਣਾ ਨਾਮ ਬਣਾਇਆ ਤੇ ਭਾਵੇਂ ਸਪੈਸ਼ਲੀ ਡਿਸੇਬਲਡ ਨੇ ਬਟ ਫਿਰ ਵੀ ਆਪਣਾ ਨਾਮ ਕਮਾਇਆ ਤੇ ਇੱਕ ਐਡਵੋਕੇਟ ਜੋ ਬਣਨਾ ਚਾਹੁੰਦੇ ਸੀਗੇ ਉਹ ਬਣੇ। ਇਸ ਵਕਤ ਸਾਡੇ ਨਾਲ ਐਡਵੋਕੇਟ ਦੀਪਤੀ ਸਲੂਜਾ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਔਨ 에ਅਰ। ਥੈਂਕ ਯੂ ਮੈਮ। ਤੇ ਜਿਵੇਂ ਕਿ ਅਸੀਂ ਦੱਸਿਆ, ਜਦੋਂ ਮੈਂ ਤੁਹਾਡੇ ਬਾਰੇ ਸਰਚ ਕਰੀ ਸੀ ਤਾਂ ਮੈਂ ਪੜ੍ਹਿਆ ਕਿ ਬਹੁਤ ਸਾਰੀਆਂ ਰੁਕਾਵਟਾਂ ਜ਼ਿੰਦਗੀ ਦੇ ਆਉਣ ਬਾਵਜੂਦ ਵੀ ਜਦੋਂ ਇੱਕ ਸਪੈਸ਼ਲੀ ਏਬਲਡ ਹੁੰਦੇ ਹੋ ਤਾਂ ਤੁਹਾਨੂੰ ਲੋਕ ਦੂਜੀ ਨਜ਼ਰਾਂ ਨਾਲ ਦੇਖਦੇ ਨੇ, ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਨਹੀਂ ਟਰੀਟ ਕਰਦੇ। ਤੁਸੀਂ ਵੀ ਦੱਸਿਆ ਕਿ ਕਾਫੀ ਉਲਝਣਾਂ ਆਈਆਂ, ਬਹੁਤ ਰੁਕਾਵਟਾਂ ਆਈਆਂ, ਕੁੜੀ ਦੀ ਜ਼ਿੰਦਗੀ 'ਚ ਵੈਸੇ ਵੀ ਹੁੰਦੀਆਂ ਨੇ, ਪਰ ਜਿਸ ਤਰ੍ਹਾਂ ਜੋ ਤੁਹਾਡਾ ਜ਼ਿੰਦਗੀ ਦਾ ਸਫ਼ਰ ਰਿਹਾ ਹੈ, ਕਿਹੜੀਆਂ ਉਲਝਣਾਂ ਆਈਆਂ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਮੋਟੀਵੇਟਡ ਰੱਖਿਆ? ਕਿਉਂਕਿ ਅਸੀਂ ਤਾਂ ਸਾਰੇ ਹਿੰਮਤ ਹਾਰ ਬਹਿੰਦੇ ਹਾਂ, ਬਟ ਮੋਟੀਵੇਸ਼ਨ ਦੇ ਨਾਲ ਤੁਸੀਂ ਅੱਜ ਆਪਣਾ ਨਾਮ ਵੀ ਕਮਾਇਆ ਹੈ ਲੁਧਿਆਣਾ ਦੇ ਵਿੱਚ ਕਾਫੀ ਖੂਬ। ਤੇ ਕੀ ਰਿਹਾ ਤੁਹਾਡਾ ਸਫ਼ਰ? ਤੁਹਾਡੇ ਸਫ਼ਰ ਬਾਰੇ ਜਾਨਣਾ ਚਾਹਾਂਗੀ। ਮੈਮ ਸਫ਼ਰ ਮੇਰਾ 7 ਸਾਲ ਦੀ ਉਮਰ ਤੋਂ ਸ਼ੁਰੂ ਹੋ ਗਿਆ ਸੀ। ਸੰਘਰਸ਼ ਵੈਸੇ ਜ਼ਿੰਦਗੀ 'ਚ ਕਦੀ ਕਿਸੇ ਦਾ ਖਤਮ ਨਹੀਂ ਹੁੰਦਾ। ਮੇਰੇ ਮਦਰ ਫਾਦਰ ਨੇ ਬਹੁਤ ਮਿਹਨਤ ਕੀਤੀ ਮੇਰੇ ਤੇ। ਅੱਜ ਮੈਂ ਜੇ 2 ਪੈਰਾਂ ਤੇ 2 ਛੜੀਆਂ ਨਾਲ ਖੜੀ ਹਾਂ ਤਾਂ ਉਹਨਾਂ ਦੀ ਬਹੁਤ ਵੱਡੀ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡੀ ਸੇਵਾ ਹੈ ਉਹਨਾਂ ਦੀ। ਤੇ ਉਸ ਤੋਂ ਬਾਅਦ ਪਰਮਾਤਮਾ ਦੀ ਅਪਾਰ ਕਿਰਪਾ ਹੈ ਕਿ ਮੈਨੂੰ ਪੋਜ਼ਿਟਿਵ ਇਨਸਾਨਾਂ ਨਾਲ, ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਮੈਂ ਮਿਲਦੀ ਰਹੀ ਤੇ ਅੱਗੋਂ ਰਾਸਤੇ ਖੁੱਲਦੇ ਗਏ। ਤੇ ਜਿੱਥੇ ਸੰਘਰਸ਼ ਦੀ ਗੱਲ ਕਰੀਏ, ਬਹੁਤ ਸਾਰਾ ਸੰਘਰਸ਼ ਦੇਖਿਆ, ਪੜ੍ਹਾਈ ਦੇ ਵਿੱਚ ਵੀ ਦੇਖਿਆ। ਫਿਰ ਉਸ ਤੋਂ ਬਾਅਦ ਕਾਲਜ ਟਾਈਮ ਦੇ ਵਿੱਚ ਮੇਰਾ ਗੋਲਡਨ ਪੀਰੀਅਡ ਸੀ, ਫਰੈਂਡਸ ਔਰ ਟੀਚਰਸ ਨਾਲ ਬਹੁਤ ਸਪੋਰਟ ਮਿਲਿਆ। ਬਚਪਨ ਦੇ ਵਿੱਚ ਮੇਰੇ ਆਪਣੀ ਫੈਮਿਲੀ ਦਾ, ਦਾਦੇ ਜੀ ਦਾ, ਚਾਚਾ ਦਾ ਬਹੁਤ ਸਪੋਰਟ ਸੀ। ਜੁਆਇੰਟ ਫੈਮਿਲੀ ਰਹਿੰਦੀ ਸੀ ਮੈਂ, ਮੈਨੂੰ ਨਹੀਂ ਲੱਗਾ ਕਦੀ ਮੇਰੇ ਪੈਰ ਨੂੰ ਪ੍ਰੋਬਲਮ ਹੈ। ਬਟ ਬਚਪਨ ਦੇ ਵਿੱਚ ਮੈਂ ਬੱਚਿਆਂ ਨਾਲ ਆਮ ਖੇਲ ਨਹੀਂ ਸਕਣਾ, ਕਰ ਨਹੀਂ ਸਕਣਾ, ਉੱਥੇ ਥੋੜ੍ਹੀਆਂ ਸੀ ਪ੍ਰੋਬਲਮਸ ਆਈਆਂ। ਅੱਗੋਂ ਲਾਈਫ ਚੱਲਦੀ ਗਈ। ਕਾਲਜ ਟਾਈਮ ਦੇ ਵਿੱਚ ਜਾ ਕੇ ਅੱਛਾ ਲੱਗਾ, ਫਿਰ ਐਮਏ ਕੀਤੀ, ਫਿਰ ਲਾਅ ਦੇ ਵਿੱਚ ਤਾਂ ਕਾਫੀ ਸਾਰੀ ਪ੍ਰੋਬਲਮਸ ਆਈਆਂ, ਕਾਫੀ ਸਾਰੀਆਂ ਅਣਗਿਣਤ ਹੀ ਪ੍ਰੋਬਲਮਸ ਆਈਆਂ। ਉਹਦੇ ਬਾਅਦ ਪ੍ਰੈਕਟਿਸ ਦੇ ਦੌਰਾਨ ਜਦੋਂ ਮੈਂ ਕੋਰਟ 'ਚ ਗਈ ਤਾਂ ਇੱਕ ਸੁਪਨਾ ਸੀ ਅੱਖਾਂ 'ਚ, ਕਿਉਂਕਿ ਆਨ ਤਾਂ ਮੈਂ ਬੁਟੀਕ ਤੋਂ ਵੀ ਕਰ ਰਹੀ ਸੀ। 15 ਸਾਲ ਮੈਂ ਬੁਟੀਕ ਚਲਾਈ ਹੈ ਐਮਏ ਕਰਨ ਤੋਂ ਬਾਅਦ, ਔਰ 15 ਸਾਲ ਤੋਂ ਬਾਅਦ ਸਟੱਡੀ ਨੂੰ ਹੱਥ ਲਗਾਇਆ ਸੀ ਮੈਂ ਲਾਅ ਦੀ। ਤੇ 15 ਸਾਲ ਛੋੜਨ ਤੋਂ ਬਾਅਦ ਸਟੱਡੀ ਕਰਨਾ ਵੀ ਮੇਰੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ। ਉਸ ਚੈਲੰਜ ਨੂੰ ਵੀ ਸਵੀਕਾਰ ਕੀਤਾ ਮੈਂ। ਸੁਪਨਾ ਸੀ ਮੇਰਾ ਕਾਲਜ ਟਾਈਮ ਦਾ, ਕਾਲਜ ਟਾਈਮ ਤੋਂ ਪਹਿਲੇ ਦਾ ਹੀ ਸੁਪਨਾ ਸੀ ਕਿ ਮੈਂ ਐਡਵੋਕੇਟ ਬਣਾ, ਪਰ ਕੁਝ ਪਰੇਸ਼ਾਨੀਆਂ ਕਰਕੇ ਉਹ ਸੁਪਨਾ ਕਿਤੇ ਅੱਖਾਂ ਦੇ ਵਿੱਚ ਹੀ ਰਹਿ ਗਿਆ। ਮਤਲਬ ਜਿਵੇਂ ਆਪਾਂ ਸੁੱਤੇ ਸੁਪਨੇ ਦੇਖਦੇ ਹਾਂ, ਸਾਰੇ ਸੁਪਨੇ ਸਾਕਾਰ ਨਹੀਂ ਹੁੰਦੇ, ਪਰ ਮੇਰੀ ਕਿਸਮਤ ਚੰਗੀ ਸੀ ਕਿ ਮੇਰਾ ਸੁਪਨਾ ਸਾਕਾਰ ਹੋਇਆ। ਸੁਪਨੇ ਦੀ ਸ਼ੁਰੂਆਤ ਸਾਕਾਰ ਹੋਣ ਦੀ ਉੱਥੋਂ ਸ਼ੁਰੂ ਹੋਈ। ਮੇਰੀ ਇੱਕ ਦੁਕਾਨ ਦੀ ਫਾਈਟ ਚੱਲੀ ਔਰ ਉਸ ਫਾਈਟ ਨੂੰ ਲੈ ਕੇ ਮੈਂ ਜਿੱਤ ਚੁੱਕੀ ਸੀਗੀ, ਕਰੀਬਨ ਜਿੱਤ ਹੀ ਚੁੱਕੀ ਸੀਗੀ। ਤੇ ਮੈਂ ਜਿਨ੍ਹਾਂ ਕੋਲ ਜਾਂਦੀ ਸੀਗੀ, ਜਿਨ੍ਹਾਂ ਨੇ ਮੈਨੂੰ ਗਿਆਨ ਦੇ ਨਾਲ ਨਵਾਜਿਆ, ਉਹਨਾਂ ਦੇ ਸਾਹਮਣੇ ਐਵੇਂ ਹੀ ਬੈਠੀ ਹੋਈ ਸੀ ਮੈਂ, ਔਰ ਉਹਨਾਂ ਨੇ ਮੈਨੂੰ ਕਿਹਾ, ਦੀਪਤੀ ਜੀ ਤੁਸੀਂ ਐਡਵੋਕੇਟ ਕਿਉਂ ਨਹੀਂ ਬਣ ਜਾਂਦੇ?
ਤਾਂ ਮੈਂ ਉਹਨਾਂ ਦੀਆਂ ਅੱਖਾਂ 'ਚ ਦੇਖਿਆ ਔਰ ਮੈਂ ਬੋਲਿਆ ਮੇਰੇ ਆਪਣਾ ਸੁਪਨਾ ਮਤਲਬ ਮੈਨੂੰ ਲੱਗਾ ਕਿ ਮਤਲਬ ਸੁਪਨੇ ਲਈ ਕੋਈ ਕਹਿ ਰਿਹਾ ਜਗਾ ਰਿਹਾ ਕਿ ਤੂੰ ਕਿਉਂ ਨਹੀਂ ਇਹ ਕਰ ਲੈਂਦੀ, ਮਤਲਬ ਉਸੇ ਟਾਈਮ ਮੇਰੇ ਮਨ ਦੇ ਵਿੱਚ ਆਇਆ। ਤਾਂ ਮੈਂ ਉਹਨਾਂ ਨੂੰ ਕਿਹਾ ਸੱਚੀ ਸਰ? ਤਾਂ ਉਹਨਾਂ ਨੇ ਕਿਹਾ ਤੁਹਾਨੂੰ ਕੋਈ ਸ਼ੱਕ ਹੈ, ਤੁਸੀਂ BA ਕੀਤੀ ਹੋਈ ਹੈ? ਮੈਂ ਕਿਹਾ ਸਰ ਮੈਂ MA ਕੀਤੀ ਹੋਈ ਹੈ। ਤਾਂ ਫਿਰ ਸ਼ੱਕ ਹੈ ਤੁਹਾਨੂੰ? ਤਾਂ ਸਰ ਫੀਸ ਤਾਂ ਕਹਿੰਦੇ ਕੋਈ ਨਹੀਂ ਮੈਂ ਦੇ ਦਾਂਗਾ। ਮੈਂ ਕਿਹਾ ਸੱਚਮੁੱਚ ਸਰ? ਤਾਂ ਕਹਿੰਦੇ ਹਾਂ। ਤਾਂ ਮੈਂ ਦੇਖਿਆ ਉਹਨਾਂ ਵੱਲ ਧਿਆਨ ਨਾਲ, ਕਿਉਂਕਿ ਕਾਫੀ ਬੰਦੇ ਮੈਨੂੰ ਐਦਾਂ ਦੇ ਮਿਲੇ ਜ਼ਿੰਦਗੀ ਦੇ ਵਿੱਚ, ਹਾਂ ਹਾਂ ਤਾਂ ਕਰ ਦਿੰਦੇ ਸੀ ਪਰ ਜਦੋਂ ਖੜਨ ਦੀ ਵਾਰੀ ਆਂਦੀ ਸੀ ਤਾਂ ਪਿੱਠ ਦਿਖਾ ਦਿੰਦੇ ਸੀ। ਤਾਂ ਉਹਨਾਂ ਨੇ ਸਮਾਈਲਿੰਗ ਨਾਲ ਕਿਹਾ, ਮੈਨੂੰ ਉਹਨਾਂ ਦੀ ਸਮਾਈਲਿੰਗ ਦੇ ਵਿੱਚ ਬੜੀ ਪੋਜ਼ਿਟਿਵਿਟੀ ਨਜ਼ਰ ਆਈ ਔਰ ਮੈਂ ਵੀ ਮਤਲਬ ਉਹਨਾਂ ਨੂੰ ਦੇਖਿਆ ਔਰ ਮੈਨੂੰ ਲੱਗਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਸ਼ਾਇਦ ਮੇਰੇ ਸੁਪਨੇ ਨੂੰ ਪੂਰਾ ਹੋਣ ਲਈ ਕੋਈ ਦਰਵਾਜ਼ਾ ਖੁੱਲ ਰਿਹਾ। ਮੈਂ ਆਪਣੇ ਪਾਪਾ ਵੱਲ ਦੇਖਿਆ ਔਰ ਉਸੇ ਟਾਈਮ ਮੈਂ ਪਾਪਾ ਨੂੰ ਪੁੱਛਿਆ ਤੇ ਪਾਪਾ ਕਹਿੰਦੇ ਘਰ ਜਾ ਕੇ ਸਲਾਹ ਕਰ ਲਾਂਗੇ। ਥੋੜਾ ਘਰ 'ਚ ਵੀ ਮਤਲਬ ਆਇਆ ਵੀ ਇੰਨੀ ਏਜ ਤੋਂ ਬਾਅਦ ਕੀ ਕਰਨਾ, ਪੜ੍ਹ ਕੇ ਬੁਟੀਕ ਚਲਾ ਰਹੀ ਹੈ, ਠੀਕ ਹੈ ਜਿਵੇਂ ਤੁਸੀਂ ਕਿਹਾ ਲੜਕੀ ਹੋਣ ਦੇ ਨਾਤੇ ਪ੍ਰੋਬਲਮਸ ਆਉਂਦੀਆਂ, ਬਟ ਐਟਲੀਸਟ ਮੈਂ ਆਪਣੇ ਫਾਦਰ ਦੀ ਲਾਡਲੀ ਸੀ, ਮੈਂ ਆਪਣੇ ਫਾਦਰ ਨੂੰ ਮਨਾ ਲਿਆ ਮਤਲਬ ਜਿਵੇਂ ਮਰਜ਼ੀ ਕਹਿ ਲਓ, ਮਨਾ ਲਿਆ। ਤੇ ਮੇਰੇ ਫਾਦਰ ਨੇ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਪੜ੍ਹ ਲੈ, ਕੋਈ ਚੱਕਰ ਨਹੀਂ ਹੈਗਾ, ਵੀ ਜੇ ਤੇਰੇ ਅੰਦਰ ਜਜ਼ਬਾ ਹੈ, ਲਗਨ ਹੈ, ਹਿੰਮਤ ਹੈ ਤਾਂ ਮੈਂ ਤੁਹਾਨੂੰ ਮਨਾ ਨਹੀਂ ਕਰਾਂਗਾ। ਮੇਰੀ ਲਾਅ ਸਟੱਡੀ ਉੱਥੋਂ ਸ਼ੁਰੂ ਹੋ ਗਈ। ਮੇਰੇ ਲਾਅ ਸਟੱਡੀ ਦੇ ਵਿੱਚ ਮੇਰੇ ਫਰੈਂਡਸ ਨੇ ਕਾਫੀ ਹੈਲਪ ਕੀਤੀ ਹੈ। ਮੈਂ ਉਹਨਾਂ ਦਾ ਨਾਮ ਲੈਣ ਲੱਗੇ ਮਾਣ ਮਹਿਸੂਸ ਕਰਦੀ ਹਾਂ, ਫਖਰ ਮਹਿਸੂਸ ਕਰਦੀ ਹਾਂ। ਉਹਨਾਂ ਨੇ ਕਦੀ ਵੀ ਮੈਨੂੰ ਦਿਵਿਆਂਗ ਨਹੀਂ ਸਮਝਿਆ, ਮੇਰੀ ਵੀਲਚੇਅਰ ਤੱਕ ਵੀ ਉਹਨਾਂ ਨੇ ਖਿੱਚੀ ਹੈ। ਕਿੱਥੇ ਕੋਈ ਪਾਣੀ ਵੀ ਨਹੀਂ ਦਿੰਦਾ ਕਿਸੇ ਨੂੰ ਪਿਆਸ ਲੱਗਣ ਤੇ, ਔਰ ਕਿੱਥੇ ਬਹੁਤ ਕੁਝ ਰੱਬ ਨਵਾਜ਼ਦਾ, ਉਹ ਰੱਬ ਨੇ ਡਿਸਾਈਡ ਕੀਤੇ ਹੋਏ ਸੀ ਇਨਸਾਨ। ਧਰੁਵ, ਦਲਵੀਰ ਜੀ, ਨੀਰਜ ਮੇਰੇ ਨਾਲੋਂ ਉਮਰ ਹੀ ਛੋਟੇ ਸੀਗੇ ਔਰ ਲਗਾਤਾਰ ਉਹਨਾਂ ਨੇ ਮੇਰੇ ਪੂਰੀ ਲਾਅ ਸਟੱਡੀ ਦੇ ਵਿੱਚ, ਮੇਰੇ ਸਫ਼ਰ ਦੇ ਵਿੱਚ ਮਿਹਨਤ ਕੀਤੀ। ਉਹਦੇ ਬਾਅਦ ਫਿਰ ਉਹ ਸਫ਼ਰ ਦੇ ਬਾਅਦ ਮੇਰੀ ਲਾਅ ਪ੍ਰੈਕਟਿਸ ਜਦੋਂ ਸ਼ੁਰੂ ਹੋਈ, ਮੈਂ ਐਡਵੋਕੇਟ ਬਣ ਕੇ ਕੋਰਟ ਵਿੱਚ ਗਈ। ਕਿਸੇ ਦੀ ਅਪਰੋਚ ਲਗਾ ਕੇ ਮੈਂ ਕਿਸੇ ਐਡਵੋਕੇਟ ਕੋਲ ਬੈਠੀ, ਉਹ ਮੇਰੇ ਕਚਹਿਰੀ ਦੇ ਗੁਰੂ ਹੈ, ਮਾਨ ਸਨਮਾਨ ਮਹਿਸੂਸ ਕਰਦੀ ਹਾਂ। ਠੀਕ ਹੈ, ਉਹ ਗੱਲ ਵੱਖਰੀ ਹੈ ਕਿ ਉਹਨਾਂ ਮੈਨੂੰ ਰਿਸਪੌਂਸ ਨਹੀਂ ਮਿਲਿਆ ਜਿੰਨਾ ਹੋਰ ਐਡਵੋਕੇਟਸ ਨੂੰ ਮਿਲ ਰਿਹਾ ਸੀ ਜੋ ਅੰਡਰ ਪ੍ਰੈਕਟਿਸ ਸੀ, ਕਿਉਂਕਿ ਮੇਰੀ ਵੱਖਰੀ ਪਹਿਚਾਨ ਬਣਨੀ ਸੀ। ਇਸ ਕਰਕੇ ਤਾਂ ਮੈਂ ਉਹਨਾਂ ਨੂੰ ਕਹੇ ਵਿਗੇਰੀ ਮਤਲਬ ਥੋੜ੍ਹੇ ਦਿਨ, ਸਾਲ 6 ਮਹੀਨੇ ਦੇਖਿਆ ਔਰ ਉਹਨਾਂ ਨੂੰ ਕਹੇ ਵਿਗੇਰੀ ਮਤਲਬ ਇੰਨਾ ਕਿਹਾ ਸਰ ਵੀ ਮੈਂ ਨਾ ਆ ਰਹੀ ਹਾਂ ਜੁਡੀਸ਼ਰੀ ਕੰਪਲੈਕਸ ਵਿੱਚ ਚੱਕਰ ਲਗਾ ਕੇ, ਔਰ ਮੈਂ ਜੱਜਿਸ ਦੇ ਕੰਪਲੈਕਸ, ਜੁਡੀਸ਼ਰੀ ਕੰਪਲੈਕਸ ਵਿੱਚ ਚਲੀ ਗਈ ਔਰ ਆਪ ਹੀ ਜੱਜ ਸਾਹਿਬ ਕੋਲ ਚਲੀ ਗਈ। ਸੈਸ਼ਨ ਜੱਜ ਸਾਹਿਬ ਸੀ ਉਦੋਂ, ਕੰਗ ਸਾਹਿਬ, ਮੈਨੂੰ ਹੁਣੇ ਵੀ ਉਹ ਦਿਨ ਯਾਦ ਹੈ। ਔਰ ਉਹਨਾਂ ਨੂੰ ਮੈਂ ਕਿਹਾ ਸਰ, ਮੈਂ ਉੱਥੇ ਬੈਠ ਗਈ ਚੁੱਪਚਾਪ ਦੇਖਣ ਲੱਗ ਗਈ, ਮੈਨੂੰ ਨਹੀਂ ਪਤਾ ਸੀ ਕਿ CGM ਕੋਰਟਸ ਵਿੱਚ ਜਾਣਾ ਚਾਹੀਦਾ ਮੈਨੂੰ। ਤਾਂ ਉਹਨਾਂ ਨੇ 1-2 ਕੇਸ ਦਿਖਾਏ ਔਰ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਕਿਹਾ ਕਿ ਤੁਸੀਂ CGM ਦੀ ਕੋਰਟਸ ਵਿੱਚ ਜਾਓ, ਤੁਸੀਂ ਨਿਊ ਫਰੈਸ਼ਰ ਹੋ, ਉੱਥੋਂ ਤੁਹਾਡੀ ਸਟਾਰਟਿੰਗ ਸ਼ੁਰੂ ਹੋਏਗੀ, ਤੁਸੀਂ ਜੋ ਦੇਖਣਾ ਚਾਹੁੰਦੇ ਹੋ ਉੱਥੋਂ ਹੀ ਮਿਲੇਗਾ। ਅੱਜ ਮੈਂ ਹੱਸ ਰਹੀ ਹਾਂ, ਮੁਸਕਰਾ ਰਹੀ ਹਾਂ, ਬਹੁਤ ਅੱਛਾ ਲੱਗ ਰਿਹਾ ਕਿ ਉਹ ਮੇਰੀ ਮਿਹਨਤ ਕੰਮ ਆ ਗਈ। ਮੈਂ ਲਗਾਤਾਰ ਇਕੱਲੀ ਚੱਲ ਰਹੀ ਸੀ, ਠੋਕਰਾਂ ਖਾ ਰਹੀ ਸੀ, ਕੋਈ ਗਾਈਡ ਕਰਨ ਵਾਲਾ ਨਹੀਂ ਸੀ, ਨਵੇਂ ਰਾਸਤੇ ਸੀ, ਨਵਾਂ ਸਫ਼ਰ ਸੀ। ਯਾਰ ਇੱਕ ਵਿਆਹ ਕੇ ਕੁੜੀ ਵੀ ਕਿਸੇ ਦੇ ਘਰ ਜਾਂਦੀ ਹੈ ਤਾਂ ਉੱਥੇ ਵੀ ਉਹਦੇ ਹਸਬੈਂਡ ਉਹਨੂੰ ਸਪੋਰਟ ਕਰਦੇ ਹੈ, ਐਮ ਆਈ ਰਾਈਟ? ਉਹਨੂੰ ਦੱਸਦੇ ਹੈ ਕਿ ਨਹੀਂ ਐਦਾਂ ਨਹੀਂ, ਐਦਾਂ, ਐਦਾਂ ਨਹੀਂ ਐਦਾਂ, ਅਸੀਂ ਐਦਾਂ ਨਹੀਂ ਐਦਾਂ ਰਹਿੰਦੇ ਹਾਂ। ਤਾਂ ਉਹਦੇ ਲਈ ਕਿ ਕੋਨਾ ਨਵਾਂ ਹੁੰਦਾ ਹੈ ਤੇ ਉਹਦੀ ਸੱਸ ਵੀ ਉਹਨੂੰ ਇੱਕ ਮਾਂ ਦੇ ਤੌਰ ਤੇ ਗਾਈਡ ਕਰਦੀ ਹੈ, ਫਿਰ ਅੰਡਰਸਟੈਂਡਿੰਗ ਹੋ ਜਾਂਦੀ ਹੈ। ਫਿਰ ਉਹਦੇ ਬਾਅਦ ਚਲੋ ਜਿਵੇਂ ਵੀ ਇਹ ਰਸਤਾ ਖੁੱਲਦਾ, ਪਰ ਕੋਰਟਸ ਵਿੱਚ ਤਾਂ ਗਾਈਡ ਕਰਨ ਵਾਲਾ ਹੀ ਮੈਨੂੰ ਕੋਈ ਨਹੀਂ ਮਿਲਿਆ। ਔਰ ਇੱਕ ਦਿਨ ਉਹ ਵੀ ਸੀ ਜਿਸ ਦਿਨ ਮੈਂ ਆਪਣੀ ਮਾਂ ਦੇ ਗੋਦੀ ਸਿਰ ਰੱਖ ਕੇ, ਇਸੇ ਬੁਟੀਕ ਚਲਦੀ ਸੀ ਇੱਥੇ, ਇਸੇ ਕਮਰੇ ਦੇ ਵਿੱਚ ਰੋਈ ਸੀ, ਬਹੁਤ ਰੋਈ ਸੀ। ਤੇ ਮੇਰੀ ਮੰਮੀ ਨੇ ਕਿਹਾ ਕਿ ਛੱਡ ਦੇ, ਕਿਉਂ ਐਵੇਂ ਪੰਗਾ ਪਾਇਆ ਹੋਇਆ, ਤੂੰ ਛੱਡ ਦੇ, ਤੇ ਆਪਣੀ ਚਲਦੀ ਪਈ ਹੈ ਬੁਟੀਕ ਤੇ ਤੂੰ ਬੁਟੀਕ ਵਿੱਚ ਦੁਬਾਰਾ ਹੋ ਜਾ, ਤੇਰੇ ਜਾਣ ਨਾਲ ਮੈਨੂੰ ਵੀ ਪ੍ਰੋਬਲਮ ਆਉਂਦੀ ਹੈ, ਕੰਮ ਸਫਟ ਕਰਦਾ। ਬਟ ਮੈਂ ਮੰਮੀ ਨੂੰ ਦੇਖਿਆ ਵੀ ਨਹੀਂ ਯਾਰ, ਮੈਂ ਉੱਥੇ ਕੁਝ ਲਰਨ ਕਰਨ ਗਈ ਸੀ, ਇਹ ਗੱਲ ਬਣੀ ਜੀ ਨਹੀਂ, ਜੱਚੀ ਨਹੀਂ, ਆਪਣੇ ਦਿਲ ਨੂੰ ਜੱਚੀ ਨਹੀਂ। ਤਾਂ ਮੈਂ ਕਿਹਾ ਅੱਜ ਤੋਂ ਬਾਅਦ ਨਾ ਮੰਮੀ ਦੇ ਕੋਲ ਰੋਣਾ ਵੀ ਨਹੀਂ ਯਾਰ, ਕਿਸੇ ਤਰੀਕੇ ਨਾਲ ਨਾ ਮਿਹਨਤ ਕਰਨੀ ਹੈ। ਤਾਂ ਫਿਰ ਮੈਂ ਫਿਰ ਸ਼ੁਰੂਆਤ ਕੀਤੀ, ਨਵੇਂ ਦਿਨ ਗਈ, ਮਤਲਬ ਸਿਲਸਿਲਾ ਚੱਲਦਾ ਰਿਹਾ ਤੇ ਮਿਹਨਤ ਲਗਾਤਾਰ ਚੱਲਦੀ ਰਹੀ। ਬਟ ਉਹਨਾਂ ਦਿਨਾਂ 'ਚ ਮੈਂ ਰੋਈ ਵੀ, ਮਤਲਬ ਆਪਣੇ ਅੰਦਰੋਂ ਅੰਦਰ ਵੀ ਰੋਈ। ਤਾਂ ਇੱਕ ਜਜਮੈਂਟ ਸੀ, ਮੈਂ ਆਪਣੇ ਆਫਿਸ ਵਿੱਚ ਰੱਖਿਆ ਜਿਨ੍ਹਾਂ ਕੋਲ ਪ੍ਰੈਕਟਿਸ ਕਰਦੀ ਸੀ, ਮੇਰੇ ਨਾਲ ਜਿਹੜਾ ਲੜਕਾ ਪੜ੍ਹਿਆ ਉਹਦਾ ਨਾਮ ਨਹੀਂ ਲਊਂਗੀ, ਉਹਨੇ ਉਹ ਜਜਮੈਂਟ ਕੀ ਕੀਤੀ ਕੀ ਨਹੀਂ ਮੈਨੂੰ ਨਹੀਂ ਪਤਾ। ਜਿਵੇਂ ਅੱਜ ਮੈਂ ਰੱਖਿਆ ਹੀ, ਦੂਜੇ ਦਿਨ ਮੈਂ ਪੁੱਛਿਆ ਵੀ ਮੇਰੀ ਜਜਮੈਂਟਸ ਨਹੀਂ ਮਿਲ ਰਹੀ, ਕਿੱਥੇ ਹੈ ਉਹ ਜਜਮੈਂਟ? ਮੈਂ ਨਿਕਾਲ ਵੀ ਸਕਦੀ ਸੀ ਆਨਲਾਈਨ, ਮੈਨੂੰ ਪਤਾ ਸੀ ਕਿਵੇਂ ਨਿਕਲੇਗੀ, ਗੱਲ ਜਜਮੈਂਟ ਦੀ ਨਹੀਂ ਸੀ। ਮੈਂ ਫਿਰ ਮਤਲਬ ਆਪਣੇ ਸੀਨੀਅਰ ਸਰ ਨੂੰ ਵੀ ਕਿਹਾ, ਮੈਂ ਕਿਹਾ ਸਰ ਮੇਰੀ ਜਜਮੈਂਟ ਨਹੀਂ ਮਿਲ ਰਹੀ, ਵੀ ਮੈਂ ਕੱਲ ਫੋਟੋਕਾਪੀ ਸਪੈਸ਼ਲ ਕਰਾ ਕੇ ਗਈ ਸੀ, ਤਾਂ ਤੁਸੀਂ ਪੁੱਛੋ ਵੀ ਇਹਨਾਂ ਨੂੰ ਕਿੱਥੇ ਰੱਖੀ ਹੈ।
ਬਟ ਉਹਨਾਂ ਨੇ ਕੋਈ ਰਿਪਲਾਈ ਮਤਲਬ ਨਹੀਂ ਦਿੱਤਾ, ਮਾੜਾ ਜਿਹਾ ਗੱਲ ਕਰਕੇ ਛੱਡਤੀ। ਦੈਨ ਆਈ ਡਿਸਾਈਡ ਕਿ ਨਹੀਂ, ਹੁਣ ਮੈਨੂੰ ਆਪਣਾ ਅਰੇਂਜ ਕਰਨਾ ਚਾਹੀਦਾ ਹੈ ਵੀ ਫਾਈਲਸ ਤਾਂ ਪੜ੍ਹ ਲਈਆਂ ਜੋ ਪੜ੍ਹਨੀਆਂ, ਡਰਾਫਟਿੰਗ ਤਾਂ ਟਾਈਪਿਸਟ ਕੋਲ ਵੀ ਮਿਲ ਜਾਏਗੀ। ਔਰ ਨਹੀਂ, ਫਿਰ ਮੈਂ ਸ਼ਿਵਰਾਤਰੀ ਵਾਲਾ ਦਿਨ ਸੀ, ਸ਼ਿਵਰਾਤਰੀ ਤੋਂ ਅਗਲੇ ਦਿਨ ਸ਼ਿਵਰਾਤਰੀ ਵਾਲੇ ਦਿਨ ਆਫਿਸ ਬੰਦ ਸੀ। 3-4 ਦਿਨ ਮੈਂ ਆਪਣੇ ਫਰੈਂਡ ਦੇ ਆਫਿਸ ਦੇ ਵਿੱਚ ਬੈਠੀ, ਵਿਜ਼ਿਟ ਕੀਤੇ ਇੱਧਰ ਉੱਧਰ, ਬੈਠੀ ਨਹੀਂ ਸ਼ਾਂਤ ਹੋ ਕੇ ਕਿ ਕਿੱਥੇ ਮੈਂ ਆਪਣਾ ਆਫਿਸ ਅਰੇਂਜ ਕਰ ਸਕਦੀ ਹਾਂ। ਮੇਰੇ ਮਨ ਚ ਆਇਆ ਕੁਛ ਨਹੀਂ ਤਾਂ ਮੈਂ ਲਿਫਟ ਦੇ ਬਾਹਰ ਹੀ ਬਹਿ ਜਾ। ਮੈਂ ਉਸ ਚੀਜ਼ ਨੂੰ ਦੇਖਣਾ ਸ਼ੁਰੂ ਕੀਤਾ, ਲਿਫਟ ਦੇ ਬਾਹਰ ਜਗ੍ਹਾ ਹੈਗੀ ਹੈ, ਕਿਹੜੀ ਜਗ੍ਹਾ ਮੈਨੂੰ ਸੈੱਟ ਬੈਠ ਰਹੀ ਹੈ, ਜਿੱਥੇ ਮੈਂ ਆਪਣੀ ਟੇਬਲ ਕੁਰਸੀ ਲਗਾ ਸਕਦੀ ਹਾਂ। ਬਟ ਉਹ ਸਰਚਿੰਗ ਪੁਆਇੰਟ ਸੀ, ਔਰ ਸਰਚਿੰਗ ਪੁਆਇੰਟ ਤੇ ਫਿਰ ਮੈਨੂੰ ਮਤਲਬ ਮਾਲਕ ਦੀ ਅਪਾਰ ਕਿਰਪਾ ਹੋਈ ਔਰ ਮੈਂ ਆਪਣਾ ਆਫਿਸ ਵਿੱਚ ਹੀ ਮੈਨੂੰ ਕਿਧਰੇ ਸੀਟ ਮਿਲੀ ਔਰ ਮੈਂ ਆਪਣੀ ਸੀਟ ਲਗਾਈ। ਮੈਡਮ ਦੱਸਣ ਵਾਲੀ ਗੱਲ ਇਹ ਵੈ ਕਿ ਮੈਂ ਉਹ ਸੀਟ 4 ਟੈਂਟ ਦੀਆਂ ਕੁਰਸੀਆਂ ਨਾਲ ਲਗਾਈ, ਇੱਕ ਛੋਟੇ ਜਿਹੇ ਟੇਬਲ ਨਾਲ। ਬਹੁਤ ਵੱਡੀ ਗੱਲ ਹੈ। ਜੇ ਜਨੂਨ ਹੋਏ ਤੁਹਾਡੇ ਮਨ 'ਚ ਇੱਛਾ ਸੀਗੀ ਤਾਂ ਉਹ ਪੂਰਾ ਕੁਰਸੀਆਂ ਨਾਲ ਲਗਾਈ। ਏਦਾਂ ਦੀ ਗੱਲ ਨਹੀਂ ਸੀ ਕਿ ਮੈਂ ਕੁਰਸੀਆਂ ਨਹੀਂ ਖਰੀਦ ਸਕਦੀ ਸੀ, ਮੈਂ ਖਰੀਦ ਸਕਦੀ ਸੀ, ਬਟ ਮੈਂ 4 ਟੈਂਟ ਦੀਆਂ ਕੁਰਸੀਆਂ ਲਗਾਈਆਂ ਔਰ ਮੈਂ ਇਹ ਸੋਚਿਆ ਕਿ ਇਹ ਟੈਂਟ ਦੀਆਂ ਕੁਰਸੀਆਂ ਮੈਨੂੰ ਹਰ ਪਲ ਯਾਦ ਕਰਾਂਗੀਆਂ ਕਿ ਤੂੰ ਤਰੱਕੀ ਕਰਨੀ ਹੈ ਤੇ ਇਹ ਕੁਰਸੀਆਂ ਨਵੀਆਂ ਲਿਆਉਣੀਆਂ। ਗੱਲ ਕੁਰਸੀਆਂ ਦੀ ਨਹੀਂ ਸੀ, ਗੱਲ ਸੀ ਕਿ ਕਮਾ ਕੇ ਲੈਣੀ ਹੈ। ਫਿਰ ਉਹਦੇ ਬਾਅਦ ਮੈਂ ਉੱਥੇ ਹੁਣ ਕੁਰਸੀਆਂ ਵੀ ਨਿਊ ਹੈ, ਟੇਬਲ ਵੀ ਨਿਊ ਹੈ, ਅਲਮੀਰਾ ਵੀ ਹੈ, ਪ੍ਰਿੰਟਰ ਵੀ ਹੈ, ਲੈਪਟਾਪ ਵੀ ਹੈ, ਵਾਹਿਗੁਰੂ ਦਾ ਦਿੱਤਾ ਸਾਰਾ ਕੁਝ ਹੈ। ਲੇਕਿਨ ਉਹ 4 ਕੁਰਸੀਆਂ ਹਜੇ ਵੀ ਮੈਂ ਰੱਖੀਆਂ ਹੋਈਆਂ ਉੱਥੇ ਕਿ ਮੈਨੂੰ ਯਾਦ ਰਹੇ ਮੇਰੀ ਸਟਾਰਟਿੰਗ ਪੁਆਇੰਟ 4 ਕੁਰਸੀਆਂ ਟੈਂਟ ਤੋਂ ਹੋਈਆਂ ਸੀ। ਔਰ ਉਸ ਤੋਂ ਬਾਅਦ ਮੈਂ ਪੱਖਾ ਮੇਰਾ ਖਰਾਬ ਹੋ ਗਿਆ ਔਰ ਠੀਕ ਹੋ ਕਰਾਉਣ ਦੇ ਵਿੱਚ ਬੜੀ ਦਿੱਕਤ ਆ ਰਹੀ ਸੀ ਕਿਉਂਕਿ ਉਹ ਜੁਡੀਸ਼ਰੀ ਕੰਪਲੈਕਸ ਹੈ, ਅਸੀਂ ਆਪਣਾ ਪ੍ਰਾਈਵੇਟ ਬੰਦਾ ਲਾ ਕੇ ਨਹੀਂ ਠੀਕ ਕਰਾ ਸਕਦੇ। ਤਾਂ ਮੈਮ 3 ਮਹੀਨੇ ਹਾੜ ਦੀ ਗਰਮੀ ਮੈਂ ਉੱਥੇ ਬਿਨਾ ਪੱਖੇ ਦੇ ਕੱਟੀ। ਤਾਂ ਜਦੋਂ ਕੱਟ ਰਹੀ ਸੀ ਉਦੋਂ ਮੈਨੂੰ ਬੜੇ ਮੇਰੇ ਕਲਾਇੰਟਸ ਵੀ ਆ ਰਹੇ ਸੀ ਉਹਨਾਂ ਦੀ ਨਹੀਂ ਚ। ਕਲਾਇੰਟਸ ਨੂੰ ਮੈਂ ਕਿਹਾ ਤੁਹਾਨੂੰ ਗਰਮੀ ਲੱਗ ਰਹੀ ਹੋਣੀ ਹੈ, ਤਾਂ ਉਹ ਮੈਨੂੰ ਕਹਿ ਰਹੇ ਸੀ ਕਿ ਜੇ ਮੈਡਮ ਬੈਠ ਸਕਦੀ ਹੈ ਤੇ ਅਸੀਂ ਕਿਉਂ ਨਹੀਂ। ਔਰ ਉਹਨਾਂ ਚੋਂ 3-4 ਕਲਾਇੰਟਸ ਐਦਾਂ ਦੇ ਸੀ ਜਿਹੜੇ ਐਦਾਂ ਕਹਿ ਰਹੇ ਸੀ ਮੈਡਮ ਤੁਸੀਂ ਮਿਹਨਤ ਕਰ ਰਹੇ ਹੋ ਨਾ, ਸੱਚੇ ਦਿਲ ਨਾਲ ਮਿਹਨਤ ਕਰ ਰਹੇ ਹੋ, ਰੱਬ ਤੁਹਾਨੂੰ ਐਸੇ ਆਫਿਸ ਹੀ ਦੇਖਿਓ ਬਹੁਤ ਤਰੱਕੀ ਦੇਗਾ। ਔਰ ਉਹ ਕਲਾਇੰਟਸ ਮੇਰੇ ਕੋਲ ਆਉਂਦੇ ਆ ਅੱਜ ਪਰਮਾਤਮਾ ਦੀ ਕਿਰਪਾ ਨਾਲ, ਵਾਕਈ ਹੀ ਤਰੱਕੀ ਆ ਉਸ ਆਫਿਸ ਵਿੱਚ ਮੇਰੇ ਕੋਲ। ਔਰ ਇਹਦੇ ਵਿੱਚ ਇੱਕ ਗੱਲ ਦੱਸਣ ਵਾਲੀ ਹੈ, ਜਦੋਂ ਮੈਂ ਆਫਿਸ ਵਿੱਚ ਬਿਨਾਂ ਪੱਖੇ ਦੇ ਬੈਠੀ ਤਾਂ ਮੈਨੂੰ ਆਪਣੇ ਸਰ ਦਾ ਉਹ ਸੀਨ ਯਾਦ ਆਇਆ। ਇੱਕ ਦਿਨ ਮੈਂ ਸਰ ਦੇ ਕੋਲ ਬੈਠੀ ਹੋਈ ਸੀ, ਉਹ ਐਡਵੋਕੇਟ ਨਹੀਂ ਹੈ, ਮੈਂ ਉਹਨਾਂ ਦੀ ਫਰੰਟ ਸੀਟ ਤੇ ਬੈਠੀ ਹੋਈ ਸੀ ਔਰ ਗਰਮੀ ਬਹੁਤ ਸੀ ਔਰ ਉਹਨਾਂ ਦਾ ਪਸੀਨਾ ਟਪ 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 ਗਿਰ ਰਿਹਾ ਸੀ, ਮਾਨੋ ਕਿ ਬੂੰਦਾਂ ਗਿਰ ਰਹੀਆਂ ਹੋਣ, ਮੋਤੀ ਦੀਆਂ ਬੂੰਦਾਂ। ਮੈਂ ਉਹਨਾਂ ਨੂੰ ਦੇਖ ਰਹੀ ਸੀ ਬੜੇ ਧਿਆਨ ਨਾਲ, ਬਟ ਮੇਰੀ ਹਿੰਮਤ ਨਹੀਂ ਪਈ ਕਹਿਣ ਦੀ ਕਿ ਮੈਂ ਸਰ ਨੂੰ ਕਹਾਂ ਵੀ ਸਰ ਤੁਸੀਂ ਪੱਖਾ ਨਹੀਂ ਚਲਾਇਆ, ਕਿਉਂਕਿ ਉਹ ਕੰਮ ਕਰ ਰਹੇ ਸੀ। ਫਿਰ ਥੋੜੀ ਦੇਰ ਬਾਅਦ ਜਦੋਂ ਉਹਨਾਂ ਨੇ ਕੰਮ ਕਰਕੇ ਬੋਲਿਆ ਕਿ ਹਾਂ ਦੀਪਤੀ ਜੀ ਦੱਸੋ, ਤਾਂ ਮੈਂ ਸਭ ਤੋਂ ਪਹਿਲੇ ਕਿਹਾ ਸਰ ਪੱਖਾ ਚਲਾ ਲਓ, ਹੋਲੀ ਜੀ ਕਿਹਾ। ਤਾਂ ਸਰ ਨੇ ਕਿਹਾ ਮੈਂ ਆਪਣੇ ਸਰੀਰ ਨੂੰ ਗਰਮੀ ਲਗਾ ਰਿਹਾ। ਤਾਂ ਮੁਸਕਰਾ ਕੇ ਕਿਹਾ, ਮੈਂ ਉਹਨਾਂ ਨੂੰ ਦੇਖਿਆ, ਮੈਂ ਕਿਹਾ ਸਰ ਗਰਮੀ ਨਹੀਂ ਲੱਗ ਰਹੀ, ਬਹੁਤ ਹੌਲੀ ਜੀ ਬੋਲੀ ਸੀ ਸੋਚ ਕੇ। ਤਾਂ ਉਹਨਾਂ ਨੇ ਮੁਸਕਰਾ ਕੇ ਕਿਹਾ ਨਹੀਂ। ਤਾਂ ਮੈਂ ਹੈਰਾਨ ਸੀ, ਜਿਵੇਂ ਹੀ ਮੈਂ ਉਹਨਾਂ ਦੀਆਂ 2 ਪੌੜੀਆਂ ਸੀ ਚੜ੍ਹ ਕੇ, ਉੱਪਰ ਦੁਕਾਨ ਬਣੀ ਹੋਈ ਸੀ, ਮੈਂ 2 ਪੌੜੀਆਂ ਉਤਰੀ ਤਾਂ ਪੱਖਾ ਚੱਲ ਪਿਆ। ਮੈਨੂੰ ਲੱਗਾ ਕਿ ਪੱਖਾ ਚੱਲ ਪਿਆ, ਇਹਦਾ ਮਤਲਬ ਬੱਤੀ ਗਈ ਸੀ। ਮੈਂ ਰਿਅਲਾਈਜ਼ ਕੀਤਾ ਔਰ ਮੈਂ ਘਰ ਆ ਕੇ ਆਪਣੀ ਮਦਰ ਨੂੰ ਪੁੱਛਿਆ ਕਿ ਮੰਮੀ ਪੱਖਾ ਗਰਮੀ ਬਹੁਤ ਸੀ, ਲੇਕਿਨ ਸਰ ਨੇ ਮੈਨੂੰ ਐਵੇਂ ਕਿਹਾ ਕਿ ਨਹੀਂ, ਪਰ ਲਾਈਟ ਗਈ ਹੋਈ ਸੀ, ਸਰ ਨੂੰ ਗਰਮੀ ਨਹੀਂ ਲੱਗ ਰਹੀ ਸੀ। ਮੇਰੇ ਮੰਮੀ ਜੀ ਨੇ ਜਵਾਬ ਦਿੱਤਾ ਕਿ ਨਹੀਂ, ਸਰ ਨੇ ਆਪਣਾ ਮਨ ਪੱਕਾ ਕੀਤਾ ਹੋਇਆ ਸੀ। ਜਦੋਂ ਤੁਸੀਂ ਕਿਸੇ ਚੀਜ਼ ਲਈ ਮਨ ਪੱਕਾ ਕਰ ਲਓ, ਹਾਂ, ਤਾਂ ਫਿਰ ਮੈਂ ਵੀ ਆਪਣਾ ਮਨ ਪੱਕਾ ਕਰਕੇ ਬੈਠੀ ਸੀ ਕਿ ਜੇ ਉਹ ਵੀ ਇਨਸਾਨ ਹੈ, ਉਹਨਾਂ ਦਾ ਮਨ ਪੱਕਾ ਹੋ ਸਕਦਾ ਤਾਂ ਦੀਪਤੀ ਦਾ ਕਿਉਂ ਨਹੀਂ। ਤਾਂ ਮੈਨੂੰ ਵੀ ਗਰਮੀ ਨਹੀਂ ਲੱਗ ਰਹੀ ਸੀ। ਕਾਫੀ ਚੀਜ਼ਾਂ ਹੁੰਦੀਆਂ ਜੋ ਜ਼ਿੰਦਗੀ ਦੇ ਸਫ਼ਰ 'ਚ ਚੱਲਦੀਆਂ। ਉਹਦੇ ਬਾਅਦ ਮੈਡਮ ਚਲੋ ਉਹ ਟਾਈਮ ਨਿਕਲਿਆ, ਫਿਰ ਪੱਖਾ ਵੀ ਠੀਕ ਹੋ ਗਿਆ, ਫਿਰ ਉਹਦੇ ਬਾਅਦ ਕੰਮ ਵੀ ਹੋਣ ਲੱਗ ਗਿਆ, ਫਿਰ ਦੀਪਤੀ ਨੂੰ ਸਾਰੇ ਜਾਣਨ ਵੀ ਲੱਗ ਗਏ ਔਰ ਅੱਛੇ ਰਿਜ਼ਲਟਸ ਵੀ ਆਉਣ ਲੱਗ ਗਏ। ਉਹ ਵੀ ਟਾਈਮ ਸੀ ਜਦੋਂ ਦੀਪਤੀ ਨੂੰ ਨਹੀਂ ਪਤਾ ਸੀ ਨਾਈਪਕੋਟ ਕਿੱਥੇ ਬੈਠਦਾ ਹੈ, ਐਲਮਤ ਕਿੱਥੇ ਬੈਠਦਾ ਹੈ, ਰੀਡਰਸ ਕਿੱਥੇ ਬੈਠਦੇ ਹੈ। ਦੀਪਤੀ ਚਲਦੀ ਜਾਂਦੀ ਸੀ, ਸਮਝ ਨਹੀਂ ਆਉਂਦੀ ਸੀ। ਠੀਕ ਹੈ, ਛੜੀਆਂ ਨਾਲ ਚੱਲਣਾ ਔਖਾ ਹੁੰਦਾ, ਘਰ ਆਉਂਦੀ ਸੀ ਤਾਂ ਮੇਰੇ ਹੱਥ ਔਰ ਪੈਰ ਦੋਨੋਂ ਦੁਖ ਰਹੇ ਹੁੰਦੇ ਸੀ। ਫਿਰ ਮੇਰੇ ਮੰਮੀ ਵੀ ਉਸ ਟਾਈਮ ਦੇ ਵਿੱਚ ਬਿਮਾਰ ਰਹਿਣ ਲੱਗ ਗਏ ਥੋੜਾ, ਤਾਂ ਉਹ ਮੇਰੇ ਆਫਿਸ ਵਿੱਚ ਆਏ ਬਿਨਾਂ ਹੀ ਚਲੇ ਗਏ ਦੁਨੀਆ ਤੋਂ। ਪਰ ਮੈਨੂੰ ਐਵੇਂ ਲੱਗਦਾ ਉਹ ਆਏ ਬਿਨਾਂ ਉਹਨਾਂ ਦਾ ਸਰੀਰ ਚਲਾ ਗਿਆ, ਲੇਕਿਨ ਕਿਤੇ ਨਾ ਕਿਤੇ ਉਹ ਪਰਮਾਤਮਾ ਨੂੰ ਵੀ ਅਸੀਂ ਦੇਖ ਨਹੀਂ ਪਾਉਂਦੇ,
ਲੇਕਿਨ ਪਰਮਾਤਮਾ ਦੇ ਵਿੱਚ ਹੀ ਆਤਮਾ ਹੁੰਦੀ ਹੈ। ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਅੱਜ ਵੀ ਮੈਨੂੰ ਦੇਖ ਰਹੇ ਹੈ, ਸੁਰੱਖਿਆ ਦੇ ਰਹੇ ਹੈ। ਅੱਜ ਮੈਂ ਜੋ ਹਾਂ ਉਹਨਾਂ ਦੀਆਂ ਬਲੇਸਿੰਗਸ ਦਾ ਬਹੁਤ ਵੱਡਾ ਰਿਜ਼ਲਟ ਆ। ਔਰ ਉਸ ਫਲੋਰ ਤੇ ਮੈਨੂੰ ਕੋਈ ਨਹੀਂ ਜਾਣਦਾ ਸੀ, ਅੱਜ ਉਸ ਫਲੋਰ ਤੇ ਸਾਰੇ ਜਾਂਦੇ ਆ। ਮੈਂ 12 ਪੌੜੀਆਂ 7th ਫਲੋਰ ਤੇ ਜਾ ਕੇ 12 ਪੌੜੀਆਂ ਉਤਰਦੀ ਹਾਂ, ਨਾਲ ਹੀ ਗੁੱਡ ਮਾਰਨਿੰਗ, ਨਮਸਤੇ, ਗੁੱਡ ਮਾਰਨਿੰਗ ਸ਼ੁਰੂ ਹੋ ਜਾਂਦੀ ਹੈ। ਅੱਜ ਉਸ ਮੁਕਾਮ ਨੂੰ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਦਾ ਹੈ। ਅੱਜ ਮੇਰੇ ਬੇਗਾਨੇ ਜਿਨ੍ਹਾਂ ਨੇ ਮੇਰਾ ਸਾਥ ਛੱਡਤਾ ਸੀ, ਜਦੋਂ ਮੇਰੇ ਮੰਮੀ ਦੁਨੀਆ ਤੋਂ ਗਏ, ਉਹਨਾਂ ਨੂੰ ਲੱਗਾ ਸ਼ਾਇਦ ਇਹ ਹੁਣ ਦਿਵਿਆਂਗ ਵੀ ਹੈ, ਸ਼ਾਇਦ ਇਹ ਮੰਗਣਾ ਸ਼ੁਰੂ ਕਰ ਦੇ, ਸ਼ਾਇਦ ਕਿ ਪੱਕਾ ਲੱਗਾ ਉਹਨਾਂ ਨੂੰ। ਪਰ ਮੈਂ ਮੰਗਣ ਵਾਲਿਆਂ ਚੋਂ ਨਹੀਂ ਸੀ। ਠੀਕ ਹੈ, ਉਸ ਟਾਈਮ ਮੈਂ ਬਹੁਤ ਕੈਪੇਬਲ ਵੀ ਨਹੀਂ ਸੀ, ਪਰ ਮੈਂ ਮੰਗਣ ਵਾਲਿਆਂ ਚੋਂ ਨਹੀਂ ਸੀ। ਪਰ ਅੱਜ ਉਹ ਵੀ ਮੇਰੇ ਨਾਲ ਜੁੜ ਚੁੱਕੇ ਹੈ। ਬਹੁਤ ਵੱਡੀ ਅਚੀਵਮੈਂਟ ਹੈ ਆਪਣੇ ਆਪ ਦੇ ਬਹੁਤ ਵਿੱਚ। ਵੱਡੀ ਅਚੀਵਮੈਂਟ ਹੈ। ਕਿਸੇ ਨੇ ਉਸ ਟਾਈਮ ਮੇਰੇ ਮੰਮੀ ਦੇ ਦੌਰਾਨ ਮਤਲਬ ਕੁਝ ਸ਼ਬਦ ਐਦਾਂ ਦੇ ਕਹੇ ਸੀ ਕਿ ਤੁਹਾਨੂੰ ਤਾਂ ਹਜੇ ਜ਼ਿੰਦਗੀ ਭਰ ਲੋੜ ਪੈਣੀ ਹੈ। ਗੁਰਦੁਆਰੇ ਪਾਠ ਦੇ ਭੋਗ ਤੋਂ ਬਾਅਦ ਅਸੀਂ ਬਾਹਰ ਨਿਕਲੇ ਤਾਂ ਉਹ ਸਾਰੇ ਰਿਸ਼ਤੇ ਐ ਜੁੜ ਗਏ ਮੈਡਮ, ਜਿਵੇਂ ਇੱਕ ਗੁਲਦਸਤੇ 'ਚ ਫੁੱਲ ਜੁੜਦੇ ਆ, ਅਲੱਗ-ਅਲੱਗ ਫੁੱਲ, ਤੇ ਉਹਨਾਂ ਦੀ ਖੁਸ਼ਬੂ ਮੈਨੂੰ ਵੀ ਆ ਰਹੀ ਹੈ। ਕਿਉਂਕਿ ਮੈਂ ਨੈਗੇਟਿਵਿਟੀ ਨਹੀਂ ਦਿਖਾਈ ਜਦੋਂ ਵੀ ਮੇਰੇ ਕੋਲ ਕੋਈ ਆਇਆ। ਔਰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ, ਕਦੀ ਵੀ ਨੈਗੇਟਿਵਿਟੀ ਨਾ ਦਿਖਾਓ। ਤੁਹਾਡੇ ਘਰ ਤੋਂ ਕੋਈ ਆ ਰਿਹਾ ਹੈ ਤੇ ਤੁਹਾਡੇ ਦਰਵਾਜ਼ੇ ਤੋਂ ਚੁੱਕ ਕੇ ਆ ਰਿਹਾ ਹੈ, ਪਰਮਾਤਮਾ ਦੇ ਹੁਕਮ ਨਾਲ ਆ ਰਿਹਾ, ਤਾਂ ਤੁਸੀਂ ਉਹਨੂੰ ਪੋਜ਼ਿਟਿਵਿਟੀ ਦਿਖਾਓ। ਤੁਹਾਡੇ ਅੰਦਰ ਜੋ ਹੈ ਉਹਨੂੰ ਖਤਮ ਕਰ ਦਿਓ, ਅਤੀਤ ਨੂੰ ਖਤਮ ਕਰ ਦਿਓ। ਕਿਉਂ ਕਹਿਣਾ ਕਿ ਉਹਨੇ ਗਾਲ ਕੱਢੀ, ਉਹਨੇ ਇਹ ਕਿਹਾ, ਉਹਨੇ ਉਹ ਕਿਹਾ, ਉਹਨੂੰ ਛੋੜ ਦਿਓ। ਅਗਲਾ ਆ ਰਿਹਾ, ਉਹਦਾ ਵੈਲਕਮ ਕਰੋ, ਦੈਟਸ ਆਲ। ਜ਼ਿੰਦਗੀ ਹੈ, ਅੱਜ ਨਹੀਂ ਤਾਂ ਕੱਲ ਖਤਮ ਹੀ ਹੋ ਜਾਣੀ ਹੈ। ਕਦੀ ਇਸ ਤਰ੍ਹਾਂ ਹੋਇਆ ਜਦੋਂ ਕੋਰਟਸ ਵਿੱਚ ਪੈਰ ਰੱਖਿਆ ਤਾਂ ਅਕਸਰ ਹੁੰਦਾ ਨਾ ਕਿ ਜਿਵੇਂ ਮੈਂ ਗੱਲ ਕੀਤੀ ਤਾਂ ਇੱਕ ਨਾਰਮਲ ਬੰਦੇ ਦੇ ਡਿਫਰੈਂਟਲੀ ਏਬਲ ਨੂੰ ਡਿਫਰੈਂਟ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ, ਨਾਰਮਲ ਨਹੀਂ ਟ੍ਰੀਟ ਕੀਤਾ ਜਾਂਦਾ। ਕਈ ਵਾਰ ਕਿਸੇ ਨੇ ਕੁਝ ਟੌਂਟ ਮਾਰਿਆ ਹੋਏ, ਕੁਝ ਕਿਹਾ ਹੋਏ। ਟੌਂਟ ਨਹੀਂ ਮਾਰਿਆ ਮੈਡਮ, ਕਿਸੇ ਨੇ ਬੜੇ ਪਿਆਰ ਦੇ ਨਾਲ, ਐਡਵੋਕੇਟ ਸੀ, ਬਹੁਤ ਵੱਡੇ ਸੀਨੀਅਰ ਬੈਂਕਿੰਗ ਦੇ, ਹੁਣ ਉਹ ਦੁਨੀਆ 'ਚ ਨਹੀਂ ਰਹੇ, ਅਟੈਕ ਨਾਲ ਚਲੇ ਗਏ। ਉਹਨਾਂ ਨੇ ਮੈਨੂੰ ਕਿਹਾ ਦੀਪਤੀ ਜੀ ਚਾਹ ਪੀਣ ਆਓ। ਤਾਂ ਮੈਨੂੰ ਇੱਕ ਵਾਰੀ ਨਹੀਂ 3-4 ਵਾਰੀ ਕਿਹਾ। ਮੈਂ ਉਹਨਾਂ ਦੇ ਉਹ ਚੈਂਬਰ ਹੀ ਚਲੀ ਗਈ, ਵੀ ਸੀਨੀਅਰ ਹੈ, ਬੱਚੇ ਕਰਕੇ ਬੋਲ ਰਹੇ ਆ। ਚਾਹ ਮੰਗਾਉਣ ਤੋਂ ਪਹਿਲੇ ਉਹਨਾਂ ਨੇ ਟਾਕ ਕੀਤੀ ਮੇਰੇ ਨਾਲ, ਮੈਨੂੰ ਕਿਹਾ ਕਿ ਤੁਹਾਡੇ ਪੈਰ 'ਚ ਪ੍ਰੋਬਲਮ ਹੈ ਦੀਪਤੀ, ਬੇਟਾ ਕਰਕੇ ਕਿਹਾ, ਮੈਨੂੰ ਹਜੇ ਵੀ ਉਹ ਸ਼ਬਦ ਯਾਦ ਹੈ। ਤੁਸੀਂ ਕਿਵੇਂ ਕੋਰਟ ਦੇ ਵਿੱਚ ਕੇਸ ਫਾਈਲ ਕਰੋਗੇ, ਤੁਸੀਂ ਟਾਈਮ ਵੇਸਟ ਕਰ ਰਹੇ ਹੋ। ਸ਼ਾਇਦ ਉਹਨਾਂ ਦਾ ਮਤਲਬ ਸੂਝਵਾਨ ਸੀ, ਤੇ ਕਿਹਾ ਕਿ ਤੁਸੀਂ ਆਪਣੀਆਂ ਫਾਈਲਾਂ ਚੁੱਕ ਕੇ ਕਿਵੇਂ ਅਪੇਅਰ ਹੋਗੇ ਜੱਜਿਸ ਕੋਲ ਜਦੋਂ ਜਾਣਾ ਪਏਗਾ। ਤਾਂ ਮੈਂ ਉਹਨਾਂ ਨੂੰ ਦੇਖਿਆ, ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਜਵਾਬ ਦਿੱਤਾ, ਸਰ ਜੇ ਮੈਂ ਇਮਾਨਦਾਰੀ ਨਾਲ ਕਿਸੇ ਦਾ ਕੇਸ ਲੜਾਂਗੀ, ਜੇ ਮੈਂ ਐਫਰਟ ਕਰਾਂਗੀ, ਮੈਂ ਹਾਰਨ ਜਿੱਤਣ ਲਈ ਨਹੀਂ ਕਰਾਂਗੀ, ਤਾਂ ਸ਼ਾਇਦ ਕਿ ਪੱਕਾ ਮੈਨੂੰ ਵਿਸ਼ਵਾਸ ਹੈ ਉਹ ਮੇਰੀਆਂ ਛੜੀਆਂ ਨੂੰ ਨਹੀਂ ਦੇਖੇਗਾ, ਉਹ ਫਾਈਲ ਵੀ ਆਪਣੀ ਆਪ ਚੁੱਕੇਗਾ ਔਰ ਮੇਰੇ ਨਾਲ ਜਾਣ ਵਿੱਚ ਆਪਣੀ ਸ਼ਾਨ ਮਹਿਸੂਸ ਕਰੇਗਾ। ਔਰ ਉਹ ਸ਼ਾਨ ਮਹਿਸੂਸ ਕਲਾਇੰਟਸ ਕਰ ਰਹੇ ਹੈ। ਫਾਈਲ ਤਾਂ ਮੈਡਮ ਮੈਂ ਆਪਣੀ ਚੁੱਕ ਲੈਂਦੀ ਹਾਂ, ਮੇਰੇ ਕੋਲ ਪਿੱਠੂ ਬੈਗ ਹੈ। ਜਦੋਂ ਮੈਂ ਕੋਰਟਸ ਵਿੱਚ ਗਈ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਨੂੰ ਪ੍ਰੋਬਲਮਸ ਆਈਆਂ, ਮੈਂ ਉਵੇਂ ਉਵੇਂ ਉਹਦੇ ਸੋਲਿਊਸ਼ਨ ਲੱਭਦੀ ਗਈ। ਮੈਂ ਆਪਣੇ ਬੈਗਸ ਦੇ ਵਿੱਚ ਪਿੱਛੇ ਫਾਈਲਸ ਪਾਉਂਦੀ ਹਾਂ ਔਰ ਬੈਗ ਕੈਰੀ ਕਰਕੇ ਚਲੀ ਜਾਂਦੀ ਹਾਂ। ਇੱਕ ਵਾਰੀ ਮੈਂ ਲਿਫਟ ਤੋਂ ਬਾਹਰ ਨਿਕਲੀ ਤਾਂ ਮੈਂ ਗਿਰ ਗਈ ਤਾਂ ਉੱਥੇ ਐਡਵੋਕੇਟਸ ਥੋੜੇ ਜਿਹੇ ਇਕੱਠੇ ਹੋ ਗਏ। ਮੈਂ ਆਪਣੇ ਆਪ ਉੱਠੀ, ਖੜੀ ਹੋਈ। ਮੈਨੂੰ ਉਸ ਟਾਈਮ 3-4 ਬੰਦਿਆਂ ਨੇ ਹੱਥ ਦਿੱਤਾ। ਐਵੇਂ ਨਹੀਂ ਕਿ ਮੈਂ ਮਦਦ ਨਹੀਂ ਲੈਂਦੀ, ਜਿੱਥੇ ਮੈਨੂੰ ਲੋੜ ਹੋਏ ਮੈਂ ਮਦਦ ਲੈਂਦੀ ਹਾਂ। ਬਟ ਉਸ ਦਿਨ ਮੈਨੂੰ ਇਹ ਲੱਗਾ ਕਿ ਜੇ ਅੱਜ ਤੂੰ ਗਿਰੀ ਹੈ, ਜੇ ਅੱਜ ਤੂੰ ਨਾ ਉੱਠੀ ਤਾਂ ਜ਼ਿੰਦਗੀ 'ਚ ਕਦੀ ਨਹੀਂ ਉੱਠ ਪਾਏਗੀ। ਅੱਜ ਤੈਨੂੰ ਇਹ ਨਿਗਾਹਾਂ ਦਾ ਸਾਹਮਣਾ ਕਰਨਾ ਹੈ। ਜੇ ਗਿਰੀ ਹੈ ਤੇ ਕੋਈ ਗੱਲ ਨਹੀਂ, ਗਿਰ ਕੇ ਉੱਠਣਾ ਹੀ ਤੇਰੀ ਜ਼ਿੰਦਗੀ ਹੈ। ਔਰ ਹਾਰ ਕੇ ਜਿੱਤਣ ਵਾਲੇ ਨੂੰ ਵੀ ਬਾਜੀਗਰ ਕਹਿੰਦੇ ਆ। ਔਰ ਮੈਂ ਖੁਦ ਖੜੀ ਹੋਈ ਔਰ ਖੁਦ ਖੜੀ ਹੋ ਕੇ ਉਹਨਾਂ ਨੇ ਪੁੱਛਿਆ ਤੁਹਾਨੂੰ ਲੱਗੀ? ਮੈਂ ਬੜੇ ਪਿਆਰ ਨਾਲ ਕਿਹਾ ਨਹੀਂ ਲੱਗੀ। ਜਦਕਿ ਮੈਡਮ ਮੇਰੇ ਲੈਫਟ ਪੈਰ ਬਿਲਕੁਲ ਠੀਕ ਹੈ ਔਰ ਲੈਫਟ ਪੈਰ ਦੇ ਵਿੱਚ ਬਹੁਤ ਜ਼ਬਰਦਸਤ ਲੱਗੀ ਸੀ ਔਰ ਖੂਨ ਨਿਕਲ ਰਿਹਾ ਸੀ, ਜਿਹੜਾ ਖੂਨ ਮੇਰੀ ਪੈਂਟ ਦੇ ਬਾਹਰ ਮਤਲਬ ਨਜ਼ਰ ਆ ਰਿਹਾ ਸੀ। ਬਲੈਕ ਕਲਰ ਦੀ ਪੈਂਟ ਹੁੰਦੀ ਆ, ਉਹਦੇ 'ਚ ਆਰਾਮ ਨਾਲ ਨਜ਼ਰ ਆ ਰਿਹਾ ਸੀ ਡਾਰਕ ਕਲਰ ਦੇ ਵਿੱਚ। ਤਾਂ ਇੱਕ ਐਡਵੋਕੇਟ ਨੇ ਉਸ ਨੂੰ ਦੇਖ ਲਿਆ, ਕਿਉਂਕਿ ਐਡਵੋਕੇਟ ਦੇਖਦੇ ਆ ਹਰ ਚੀਜ਼ ਨੂੰ, ਔਰ ਕਿਨਾਰੇ ਜਾ ਕੇ ਕਿਹਾ ਮੈਡਮ ਤੁਹਾਡੇ ਪੈਰ 'ਚੋਂ ਬਲੀਡਿੰਗ ਹੋ ਰਹੀ ਹੈ, ਡਿਸਪੈਂਸਰੀ ਲੈ ਚਲਾਂ। ਮੈਂ ਮੁਸਕਰਾ ਕੇ ਅੱਗੇ ਉਹਨੂੰ ਕਿਹਾ ਕਿ ਨਹੀਂ ਸਰ ਕੋਈ ਗੱਲ ਨਹੀਂ, ਇਹ ਖੂਨ ਨਿਕਲਿਆ ਕੋਈ ਗੱਲ ਨਹੀਂ, ਮੈਂ ਆਪਣੇ ਆਪ ਹੀ ਡਰੈਸਿੰਗ ਕਰਾਂਗੀ ਇਹਦੀ। ਮੈਨੂੰ ਯਾਦ ਰਹੇਗਾ ਕਿ ਮੈਂ ਮਿਹਨਤ ਕਰਦੇ ਹੋਏ ਗਿਰੀ ਹਾਂ। ਉਸ ਤੋਂ ਬਾਅਦ ਮੈਡਮ ਗਿਰੀ ਤਾਂ ਮੈਂ ਜ਼ਰੂਰ, ਲੇਕਿਨ ਉਹ ਫਿਸਲ ਕੇ ਸਲਿਪਿੰਗ ਕਰਕੇ ਕਦੀ ਨਹੀਂ ਗਿਰੀ, ਕਿਉਂਕਿ ਬਹੁਤ ਧਿਆਨ ਨਾਲ ਚਲਦੀ ਸੀ। ਹਾਂ, ਕਿਸੇ ਦਾ ਹੱਥ ਮਾਰਨਾ ਜਾਂ ਕਿਸੇ ਦੇ ਧੱਕੇ ਦੇ ਵਿੱਚ ਚਾਹੇ ਮੈਂ ਗਿਰ ਗਈ, ਲੇਕਿਨ
ਉਸ ਇਹ ਦਿਨ ਮੁਸ਼ਕਿਲਾਂ ਹਾਂ, ਬਹੁਤ ਆ ਜਾਂਦੀਆਂ ਬਟ ਉਸ ਤੁਸੀਂ ਦਿਨ ਖੜੇ ਹੋਣਾ ਬਹੁਤ ਜ਼ਰੂਰੀ ਸੀ। ਜੇ ਮੈਂ ਉਸ ਦਿਨ ਖੜੇ ਨਾ ਹੁੰਦੀ ਤੇ ਮੈਨੂੰ ਕੋਈ ਹੋਰ ਖੜਾ ਕਰਦਾ ਤਾਂ ਦੂਜੇ ਦਿਨ ਸ਼ਾਇਦ ਮੈਂ ਕੋਰਟ ਨਾ ਜਾ ਪਾਉਂਦੀ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਮੈਂ ਗਿਰੀ ਹਾਂ, ਮੈਨੂੰ 10 ਐਡਵੋਕੇਟਸ ਨੇ ਦੇਖਿਆ ਗਿਰਦੇ ਔਰ ਉਹਨਾਂ ਨੇ ਉਠਾਇਆ, ਮੈਂ ਕਿਹੜਾ ਮੂੰਹ ਲੈ ਕੇ ਕੋਰਟ ਜਾਵਾਂ, ਮੇਰੀ ਮਿਹਨਤ ਖਤਮ ਹੋ ਜਾਂਦੀ। ਇਸ ਕਰਕੇ ਉਸ ਦਿਨ ਮੇਰਾ ਉੱਠਣਾ ਜ਼ਰੂਰੀ ਸੀ। ਦਿਸ ਵਾਸ ਵੈਰੀ ਇਨਸਪਾਇਰਿੰਗ। ਕਦੀ ਆਪਾਂ ਗਿਰਦੇ ਹਾਂ ਤਾਂ ਅਸੀਂ ਸਹਾਰਾ ਲੱਭਣ ਲੱਗ ਪੈਂਦੇ ਆ, ਆ ਜਾ ਬਈ ਤੂੰ ਮੈਨੂੰ ਉਠਾ ਦੇ, ਤੂੰ ਮੈਨੂੰ ਚੱਕ ਦੇ। ਬਟ ਬਿਲਕੁਲ ਸਹੀ ਕੀਤਾ ਤੁਸੀਂ ਉਸ ਵਕਤ, ਤੇ ਉਹ ਉਸ ਚੀਜ਼ ਨੇ ਤੁਹਾਨੂੰ ਚਲਦਾ ਵੀ ਰੱਖਿਆ। ਚੱਲਦਾ ਵੀ ਰਿਹਾ। ਜੀ ਇਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ, ਜੇ ਤੁਸੀਂ ਕੁਝ ਠਾਣ ਲਓ। ਡਰੈਸਿੰਗ ਵੀ ਕਰ ਲਈ ਤਾਂ ਕੋਈ ਪ੍ਰੋਬਲਮ ਵੀ ਨਹੀਂ ਆਈ, ਖਤਮ ਹੋ ਗਿਆ। ਕੋਈ ਅਜਿਹੇ ਕੇਸ ਜ਼ਿੰਦਗੀ 'ਚ ਲੜੇ ਹੋਣ ਜਿੱਥੇ ਬੜਾ ਮਾਣ ਮਹਿਸੂਸ ਹੋਏ ਕਿ ਹਾਂ ਮੈਂ ਇਸ ਦੀ ਮਦਦ ਕੀਤੀ, ਮੈਂ ਇਹ ਕੇਸ ਲੜਿਆ ਤੇ ਮੈਨੂੰ ਉਸ ਚੀਜ਼ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਕਿਸੇ ਦੇ ਕੰਮ ਆਈ? ਹਾਂਜੀ ਮੈਮ, ਮਦਦ ਕੀਤੀ ਤਾਂ ਕੌਣ ਆ, ਮੈਂ ਮਦਦ ਕਰਨ ਵਾਲੀ ਕੋਈ ਹਸਤੀ ਨਹੀਂ ਆ। ਰੱਬ ਦੀ ਸ਼ਕਤੀ ਜੋ ਮੈਨੂੰ ਕਰਾ ਰਹੀ ਹੈ ਮੈਂ ਕਰ ਰਹੀ ਹਾਂ। ਰੱਬ ਦੀ ਸ਼ਕਤੀ ਨੇ ਹੀ ਮੈਨੂੰ ਐਡਵੋਕੇਟ ਬਣਾਇਆ। 15 ਸਾਲ ਬਾਅਦ ਐਡਵੋਕੇਟ ਬਣਨਾ ਹੀ ਇੱਕ ਆਪਣੇ ਆਪ ਵਿੱਚ ਬੜਾ ਵੱਡਾ ਚੈਲੰਜ ਸੀ, ਔਰ ਜਿਹੜੇ ਸਰਕਮਸਟੈਂਸਿਸ ਵਿੱਚ ਮੈਨੂੰ ਐਡਵੋਕੇਟ ਰੱਬ ਨੇ ਬਣਾਇਆ, ਰੱਬ ਨਾ ਕਰੇ ਕਿਸੇ ਦੁਸ਼ਮਣ ਦੀ ਜ਼ਿੰਦਗੀ 'ਚ ਵੀ ਐਵੇਂ ਦਾ ਮੋੜ ਆਏ। ਮੇਰਾ ਫਰਸਟ ਕੇਸ ਸੀ CRPC 133 ਦੇ ਰਿਗਾਰਡਿੰਗ ਮੈਂ ਕੀਤਾ ਸੀਗਾ, ਪਬਲਿਕ ਨਿਊਸੈਂਸ। ਉਹਨਾਂ ਦੀ ਫਾਈਲ ਹੈ ਜੈਪਾਲ ਵਰਸਿਸ PSPCL, ਮੈਂ ਉਹਨਾਂ ਦਾ ਨਾਮ ਵੀ ਲੈ ਰਹੀ ਹਾਂ ਕਿਉਂਕਿ ਮੈਂ ਇਜਾਜ਼ਤ ਲੈ ਲਈ ਹੈ ਉਹਨਾਂ ਕੋਲ। ਔਰ ਉਸ ਕੇਸ ਦੇ ਵਿੱਚ ਮੈਡਮ ਪਬਲਿਕ ਨਿਊਸੈਂਸ ਦੇ ਅਕੋਰਡਿੰਗ SDM ਦੇ ਆਰਡਰ ਹੋ ਚੁੱਕੇ ਸੀ, ਹੋ ਚੁੱਕੇ ਸੀ 3 ਸਾਲ ਹੋ ਗਏ ਹੈ। ਤਾਂ ਉਹਦੇ ਵਿੱਚ ਟਰਾਂਸਫਾਰਮਰ ਉਹਨਾਂ ਦੀ 25 ਗੱਜ ਜਗ੍ਹਾ ਦੇ ਘਰ ਬਣਿਆ ਹੋਇਆ, ਉਹਦੇ ਬਾਹਰ ਬਹੁਤ ਵੱਡਾ 200 kV ਦਾ ਟਰਾਂਸਫਾਰਮਰ ਲੱਗਾ ਹੋਇਆ। ਉਸ ਟਰਾਂਸਫਾਰਮਰ ਨੂੰ ਉਤਰਵਾਉਣ ਲਈ ਬਹੁਤ ਸਾਰੀ ਮਿਹਨਤ ਕਰਨੀ ਪਈ। ਉਹ ਬੰਦਾ ਵੀ ਇੱਕ ਲੇਬਰ ਕਲਾਸ ਦਾ ਵੈ, ਤੇ RTIਆਂ ਵੀ ਬਹੁਤ, ਰਾਈਟ ਟੂ ਇਨਫੋਰਮੇਸ਼ਨ ਐਕਟ 2005 ਦਾ ਵੀ ਸਹਾਰਾ ਲੈਣਾ ਪਿਆ। ਲੈ ਦੇ ਕੇ ਉਹ SDM ਦੇ ਆਰਡਰ ਦੇ ਅਕੋਰਡਿੰਗ, ਪਬਲਿਕ ਨਿਊਸੈਂਸ ਦੇ ਅਕੋਰਡਿੰਗ SDM ਅਮਰਜੀਤ ਸਿੰਘ ਬੈਸ ਜੀ ਨੇ ਫੈਸਲਾ ਕਰਤਾ ਕਿ ਇਸ ਨੂੰ 100 kV ਦਾ ਕਰ ਦੋ, ਕਿਉਂਕਿ ਉਹ ਪਬਲਿਕ ਨਿਊਸੈਂਸ 133 ਇਹ ਕਹਿੰਦੀ ਹੈ ਕਿ ਕੋਈ ਅਗਰ ਹਿਊਮਨ ਬੀਇੰਗ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਰਿਮੂਵ ਕੀਤਾ ਜਾਏ। ਬਟ ਮੈਡਮ 3 ਸਾਲ ਹੋ ਗਏ, ਹਜੇ ਤੱਕ ਉਸ ਬੰਦੇ ਦੇ ਟਰਾਂਸਫਾਰਮਰ, ਘਰ ਦੇ 25 ਗੱਜ ਜਗ੍ਹਾ ਦੇ ਬਾਹਰ ਟਰਾਂਸਫਾਰਮਰ ਲੱਗਾ ਹੋਇਆ, ਉਹ ਟਰਾਂਸਫਾਰਮਰ ਰਿਮੂਵ ਨਹੀਂ ਹੋਇਆ, 100 kV ਦਾ ਨਹੀਂ ਹੋਇਆ। ਆਰਡਰ ਹੋਣ ਦੇ ਬਾਅਦ SDM ਦੇ, ਹਾਂ, ਉਹ ਲਗਾਤਾਰ ਬੰਦਾ, ਜਨੂਨ ਨੂੰ ਉਹਦੇ ਸਲੂਟ ਹੈ, ਲਗਾਤਾਰ ਉਹ ਬੰਦਾ ਫਾਈਟ ਕਰ ਰਿਹਾ। ਮੈਂ ਆਪਣੇ ਆਫਿਸ ਵਿੱਚ ਬੈਠੀ ਹੋਈ ਸੀ ਔਰ ਸਾਰੇ ਰਾਸਤੇ ਬੰਦ ਕੀਤੇ ਹੋਏ ਆ, ਕੋਰਟ ਵਿੱਚ ਜਾ ਕੇ ਦੇਖੋ। ਉਹਦਾ ਜਨੂਨ, ਮੈਂ ਦੇਖਿਆ ਉਹ ਪੌੜੀਆਂ ਚੜ ਕੇ ਮੇਰੇ ਆਫਿਸ ਤੱਕ ਆ ਰਿਹਾ। ਮੈਂ ਉਹਨੂੰ ਦੇਖ ਕੇ ਹੈਰਾਨ ਹੋ ਗਈ ਕਿ ਸਾਰੇ ਰਾਸਤੇ ਬੰਦ ਹੈ, ਬੰਦਾ ਕਿਵੇਂ ਮੇਰੇ ਤੱਕ ਆ ਗਿਆ। ਉਹਨੂੰ ਆਸ ਸੀ ਕਿ ਇਹ ਮੈਡਮ ਕੁਝ ਕਰੇਗੀ, ਔਰ ਜਦੋਂ ਮੈਂ ਉਹਨੂੰ ਦੇਖਿਆ ਮੈਂ ਹੈਰਾਨ ਰਹਿ ਗਈ। ਔਰ ਮੈਂ ਉਹਨੂੰ ਪੁੱਛਿਆ ਵੀ ਜੈਪਾਲ ਜੀ ਅੱਜ ਤਾਂ ਰੈਸਟ ਕਰ ਲੈਣਾ ਸੀ, ਤਾਂ ਉਹਦੇ ਅੱਖਾਂ ਦੇ ਵਿੱਚ ਦਰਦ ਦਿਖ ਰਿਹਾ ਸੀ। ਅਸੀਂ ਐਡਵੋਕੇਟ ਆ, ਮੈਂ ਸੱਚ ਕਹਿ ਰਹੀ ਹਾਂ। ਅਸੀਂ ਕਹਿੰਦੇ ਆ ਤੂੰ ਸਾਨੂੰ ਕੇਸ ਲੜਨ ਦੀ ਕਿੰਨੀ ਫੀਸ ਦੇਗਾ, ਸੇਜ਼ ਦੈਟ ਵਰਡਸ। ਮੈਂ ਵੀ ਕਿਹਾ ਕਿ ਮੈਨੂੰ ਕਿੰਨੀ ਫੀਸ ਦੇਗਾ। ਸ਼ਾਇਦ ਉਹਦੇ ਕੋਲ ਫੀਸ ਨਹੀਂ ਸੀ, ਸ਼ਾਇਦ ਮੇਰਾ ਪਿਛਲਾ ਦਰਦ ਮੈਨੂੰ ਯਾਦ ਆ ਗਿਆ ਔਰ ਉਹਨੂੰ ਮੈਂ ਕਹਿਤਾ ਕਿ ਕੋਈ ਗੱਲ ਨਹੀਂ, ਆਪਾਂ ਕੇਸ ਲੜਦੇ ਆ, ਬਾਅਦ ਚੋਂ ਕਰ ਲਾਂਗੇ। ਬਟ ਕਿੰਨੇ ਕੋ ਐਡਵੋਕੇਟਸ ਅਸੀਂ ਕਹਿ ਸਕਦੇ ਆ, ਕਿਉਂਕਿ ਅਸੀਂ ਵੀ ਕਮਾਣਾ ਹੈ, ਰੋਟੀ ਖਾਣੀ ਹੈ। ਕਿੰਨੇ ਕੋ ਐਡਵੋਕੇਟਸ ਕਹਿੰਦੇ ਆ ਔਰ ਕਿੰਨੇ ਕੋ ਕਹਿ ਸਕਦੇ ਆ। ਉਸ ਬੰਦੇ ਦਾ ਜਨੂਨ ਔਰ ਉਸ ਬੰਦੇ ਦਾ ਦਰਦ ਮੈਂ ਦੱਸ ਨਹੀਂ ਸਕਦੀ, ਬਿਆਨ ਕਰਨ ਯੋਗ ਨਹੀਂ ਹੈ। ਪਰ ਮੈਂ ਇੱਕ ਕੁਐਸਚਨ ਤੁਹਾਡੇ ਚੈਨਲ ਦੇ ਜ਼ਰੀਏ ਕਰਦੀ ਹਾਂ ਕਿ ਜੇ ਕਿਸੇ ਵੱਡੇ ਸਰਮਾਏਦਾਰ ਬੰਦੇ ਦਾ ਟਰਾਂਸਫਾਰਮਰ ਲੱਗਾ ਹੁੰਦਾ ਔਰ SDM ਆਰਡਰ ਕਰ ਦਿੰਦਾ, ਤੇ ਕਿਆ 3 ਸਾਲ ਉਹਨੂੰ ਸਫਰ ਕਰਨੇ ਪੈਂਦੇ? ਆਈ ਥਿੰਕ ਨੋ। ਕਿਆ ਉਹਨੂੰ 3 ਸਾਲ PSPCL ਬਿਜਲੀ ਮਹਿਕਮੇ 'ਚ ਚੀਫ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ ਅਪਰੋਚ ਕਰਨਾ ਪੈਂਦਾ? ਸ਼ਾਇਦ ਨਹੀਂ, ਮਿੰਟਾਂ ਹੀ 'ਚ ਉਤਰਦਾ। ਔਰ ਕਿਆ ਸੰਜੀਵ ਸ਼ਰਮਾ ਉਸ ਦੇ ਖਿਲਾਫ ਕੇਸ ਕਰਦਾ? ਮਤਲਬ ਉਹ ਟਰਾਂਸਫਾਰਮਰ ਆਰਡਰ ਹੋਇਆ ਜਿੱਥੇ ਲਗਾਉਣ ਲਈ, ਉੱਥੇ ਸੰਜੀਵ ਸ਼ਰਮਾ ਕੋਈ ਬੰਦਾ ਵਾ ਉਸੇ ਇਲਾਕੇ ਦਾ, ਉਹਨੂੰ ਉੱਥੇ ਟਰਾਂਸਫਾਰਮਰ ਜਦੋਂ PSPCL ਜਾਂਦੇ ਆ ਜਾਂ ਪੁਲਿਸ ਕਮਿਸ਼ਨਰ ਜਾਂਦੇ ਆ, ਉੱਥੇ ਲਗਾਉਣ ਨਹੀਂ ਦਿੰਦੇ। ਉਹਨਾਂ ਦੇ RTI 'ਚ ਜਵਾਬ ਆਇਆ, PSPCL ਥਾਣੇ ਨੂੰ ਕਰਦਾ ਪਿਆ ਔਰ ਥਾਣਾ PSPCL, ਗੇਂਦ ਸੱਟੀ ਜਾ ਰਹੀ ਇੱਕ ਦੂਜੇ ਵੱਲ। ਬਟ ਇਨਸਾਫ ਕਿੱਥੇ ਖੜਾ ਯਾਰ? ਇਕੁਅਲ ਕਨਸਟੀਟਿਊਸ਼ਨ ਆਰਟੀਕਲ 14 ਕਹਿੰਦਾ ਇਕੁਅਲ ਰਾਈਟਸ। ਆ ਸਾਡੀਆਂ ਬੁੱਕਸ ਹੈ, ਤੇ ਆ ਬੁੱਕਸ ਦੇ ਵਿੱਚ ਜੋ ਹੈ ਕਾਨੂੰਨ, ਉਹ ਕਿਉਂ ਨਹੀਂ ਹੋ ਪਾ ਰਿਹਾ? ਭਾਰਤ ਦੇਸ਼ ਹੀ ਸਾਡਾ ਅਜਿਹਾ
ਜ਼ਿਆਦਾਤਰ ਲੋਕੀ ਇਸੇ ਕਰਕੇ ਮਰ ਜਾਂਦੇ ਨੇ ਕਿ ਅਪਰੋਚ ਨਹੀਂ ਹੈ। ਹਾਂ, ਪਰ- ਅਪਰੋਚ ਨਹੀਂ ਹੈ ਪਰ ਤੇ ਫਿਰ ਪਰ ਮੈਮ ਬੰਦੇ ਤਾਂ ਸਾਡੇ ਕੋਲ ਆਂਦੇ ਆ ਨਾ ਵਕੀਲ ਕੋਲ। ਹੁਣ ਉਹ ਜੱਜ ਸਾਹਿਬ ਨੇ ਤਾਂ ਇਨਸਾਫ ਠੀਕ ਕਰਤਾ, ਐਸਡੀਐਮ ਸਾਹਿਬ ਨੇ, ਅੱਗੋਂ ਕਿਉਂ ਨਹੀਂ ਹੋ ਰਿਹਾ? ਦੂਸਰੀ ਕੇਸ ਨੂੰ ਮੈਂ ਡੀਲ ਕਰਨਾ ਚਾਹਨੀ ਹਾਂ, ਨੋਟ ਐਜ਼ ਅ ਲੇਡੀ, ਨੋਟ ਐਜ਼ ਅ ਐਡਵੋਕੇਟ। ਇੱਕ ਉਸ ਬੱਚੀ ਦੀ ਦਰਦ ਨੂੰ ਦੱਸਣਾ ਚਾਹਨੀ ਹਾਂ ਕਿ ਉਸਨੇ ਕੀ ਦਰਦ ਦੇਖਿਆ। ਸੀ ਇਜ਼ ਓਨਲੀ 6 ਇਅਰਸ ਗਰਲ ਔਰ ਉਹਦੀ ਮੰਮੀ ਪਾਪਾ ਸਬਜ਼ੀ ਦਾ ਕੰਮ ਕਰਦੇ ਸੀ। ਕਿਸੇ ਨੇ ਦੱਸਿਆ, ਦੂਜਾ ਕੇਸ ਸੀ ਹੈ ਮੇਰਾ, ਔਰ ਮੇਰੇ ਕੋਲ ਆਈ ਉਹ ਕਿ ਮੈਡਮ ਮੇਰੀ ਬੇਟੀ ਨੂੰ ਇਨਸਾਫ ਚਾਹੀਦਾ। ਹੋਇਆ ਕੀ ਹੈ? ਮੇਰਾ ਕੁਐਸਚਨ ਤਾਂ ਹੀ ਸੀ। ਉਹਨੇ FIR ਰੱਖੀ, ਕਹਿੰਦੀ ਮੈਡਮ ਮੇਰੀ ਲੜਕੀ ਦੇ ਨਾਲ ਰੇਪ ਹੋ ਗਿਆ। 6 ਸਾਲ ਦੀ ਬੱਚੀ ਕਿੰਨੀ ਹੋਏਗੀ ਮੈਡਮ? ਮੈਂ ਸੋਚਿਆ ਕਿ ਮੈਂ ਕੀ ਜਵਾਬ ਦਾਂ। ਮੈਂ ਉਸ ਲੜਕੀ ਨੂੰ ਪੁੱਛਿਆ, ਬੇਟਾ ਉਰੇ ਆ, ਕੋਲ ਬਿਠਾਇਆ। ਮੈਂ ਕਿਹਾ ਬੇਟਾ ਕੀ ਹੋਇਆ ਸੀ? ਮੈਮ ਮੈਨੂੰ ਕਹਿੰਦੇ ਸ਼ਰਮ ਆ ਜਾਏਗੀ, ਤੁਹਾਨੂੰ ਸੁਣਦੇ ਸ਼ਰਮ ਆ ਜਾਏਗੀ, ਲੇਕਿਨ ਉਸ ਲੜਕੇ ਨੂੰ 16 ਇਅਰਸ ਨੂੰ ਜਾਂ 15 ਇਅਰਸ ਦੇ ਲੜਕੇ ਨੂੰ ਕਰਦੇ ਸ਼ਰਮ ਨਹੀਂ ਆਈ। ਮੇਰੇ ਦੇਖੋ ਰੋਂਗਟੇ ਖੜੇ ਹੋ ਰਿਹਾ। ਕਹਿੰਦੇ ਉਹ ਲੜਕੀ ਨੇ ਜਾਣਦੇ ਹੋ ਕੀ ਜਵਾਬ ਦਿੱਤਾ? ਮੈਮ ਆਂਟੀ, ਪਹਿਲੇ ਉਹਦੀ ਮੰਮੀ ਨੇ ਕਿਹਾ ਮੈਮ ਕੋ, ਫਿਰ ਉਹ ਕਹਿੰਦੀ ਆਂਟੀ, ਕਿਉਂਕਿ ਉਹ 6 ਸਾਲ ਦਾ ਬੱਚਾ ਹੈ। ਆਂਟੀ, उस लड़के ने, रामू ने नाम लिया, उन्हें, लड़की का मैं नाम नहीं लूंगी, उसने अपनी चड्डी उतारी, मेरी चड्डी उतारी, अपना सुसु मेरे सुसु के ऊपर रखा, मुझे ले गया कमरे में ये कहकर कि मोबाइल में तुम्हें गेम खिलाऊंगा, लेकिन कमरे में जाकर उसने ऐसा किया। मैम मुझे बहुत आई हुई थी, मैम मुझे बहुत आई हुई थी। एक लेडी होने दे नाते मैम तुसी भी समझ सकते हो, मैं अनमैरिड हाँ, मैं नहीं समझ पाई, पर मैं समझ भी पाई और मेरे अखा च आंसू सी। मैं उनका केस लड़िया और उन्होंने जित भी गई। 3 जगह उनकी केस फाइलिंग गई, जित गई और एडिशनल सैशन जज साहब ने इंसाफ भी किया। 15,000 रुपया एप्लीकांट नूं कंप्लेनेंट नूं दिता, करवाया उन्होंने एक्यूज़ड कोलों और उन्होंने पनिशमेंट भी की। बट लड़की नूं जदों पता लगा, उनकी मम्मी ने दस्या कि केस जित गई है दीदी। ਉਹ ਮੈਨੂੰ ਬਹੁਤ ਮਤਲਬ ਪਿਆਰ ਕਰਨ ਲੱਗੀ ਸੀ, ਮੇਰੇ ਘਰ ਵੀ ਆਂਦੀ ਸੀ। ਉਹ ਕਹਿੰਦੀ ਮੈਂ ਦੀਦੀ ਨੂੰ ਮਿਲਣਾ, ਮੇਰੇ ਕੋਲ ਆਈ। ਜੱਜ ਸਾਹਿਬ ਨੇ ਉਹਨੂੰ ਜਦੋਂ ਪੁੱਛਿਆ, ਮੈਡਮ ਐਵੀਡੈਂਸ ਵਿੱਚ ਪੁੱਛਿਆ ਉਸ ਬੇਟੀ ਨੂੰ ਕੋਲ ਬਿਠਾ ਕੇ ਕੀ ਹੋਇਆ ਸੀ, ਉਹਨੇ ਸੇਮ ਇਹੀ ਚੀਜ਼ ਕਿਹਾ ਜੋ ਮੈਨੂੰ ਉਹਨੇ ਦੱਸਿਆ। ਮੈਡਮ ਉਸ ਬੱਚੇ ਨੂੰ ਪਤਾ ਹੀ ਨਹੀਂ ਰੇਪ ਕੀ ਹੁੰਦਾ, ਇਸ ਕਰਕੇ ਉਹਨੇ ਗਵਾਹੀ ਦੇਤੀ ਜੋ ਸੱਚ ਸੀ। ਲੇਕਿਨ ਮੈਡਮ ਉਹ ਲੜਕੀ ਨੇ ਮੇਰੇ ਕੋਲ ਆਈ और ਮੈਨੂੰ ਪੁੱਛਿਆ, दीदी आंटी मेरे को कोर्ट में क्यों नहीं बुलाया, जज साहब ने सच में उसको सजा दी थी? मैं क्या हाँ बेटा दी थी। कैसी सजा दी थी? मैं क्या तुमने कैसी सजा लेनी थी, क्योंकि उन्होंने नहीं पता लगना सी शायद फाइन की है या अंदर रहना की होता। कहते उसको मारा था, मारा था। मैं क्या हाँ जज साहब ने बहुत मारा था उसको, पुलिस वाले को कहकर डंडे से मरवाया। तो माफी मांगी उसने? मैं क्या हाँ उसने बेटा माफी मांगी, पर जज साहब ने माफ नहीं किया उसको, उसने बहुत बड़ी गलती की थी। बेटा तुमने अब इस चीज को भूल जाना है, क्योंकि सजा मिल गई है उसको। अब तुम पढ़ो, बहुत पढ़ो, इतना पढ़ो कि तुम जज बन सको। जज साहब ने मैम इसको सजा दी थी? हाँ बहुत सजा दी थी। मैंने कहा मारा और डंडे से पुलिस ने भी मारा, और ना ये माफी मांग रहा था, बहुत माफी मांगी इसने, पर ना इसको माफी नहीं दी, इसने गलती बहुत बड़ी की थी। मैडम अब वो मेरे को तंग तो नहीं करेगा? नहीं, अब वो तंग नहीं करेगा। जज साहब ने ना उसको अंदर बंद कर दिया कमरे में, जैसे आप तंग करते हो आपको अंदर बंद कर दिया जाता है। वो लड़की दी मैम फर्स्ट सैकेंड आंदी सी। इस इंसीडेंट तो बाद वो 2 ਵਾਰੀ अपनी क्लास ਦੇ ਵਿੱਚ ਬਹੁਤ ਘੱਟ ਨੰਬਰਾਂ ਨਾਲ ਪਾਸ ਹੋਈ। ਅਗੇਨ ਮੈਂ ਉਹਦੀ ਰਿਪੋਰਟ ਲੈ ਲਈ ਹੈ ਕੇਸ ਨੂੰ, ਜਿੱਤੇ ਵੀ ਮੈਨੂੰ 2 ਸਾਲ ਹੋ ਗਏ। ਪੁੱਛਿਆ ਵੀ ਬੱਚਾ ਕਿਵੇਂ ਹੈ ਕੀ ਹੈ, ਤਾਂ ਉਹ ਫਸਟ ਆਈ। ਜਦੋਂ ਮੈਂ ਉਹਨੂੰ ਇਹ ਕਿਹਾ ਕਿ ਬੇਟਾ ਤੂੰ ਜੱਜ ਬਣਨਾ ਹੈ, ਪੜ੍ਹਨਾ ਹੈ, ਤਾਂ ਕਿ ਕੱਲ ਨੂੰ ਰੱਬ ਨਾ ਕਰੇ ਕਿਸੇ ਹੋਰ ਨਾਲ ਹੋਏ ਤਾਂ ਤੂੰ ਉਹਨੂੰ ਵੀ ਸਜ਼ਾ ਦੇਵੇਂ। ਤੀਸਰਾ ਕੇਸ ਇੱਕ ਹੋਰ ਹੈ ਮੈਮ, ਉਹਦੇ 'ਚ 138 ਚੈੱਕ ਬਾਉਂਸ ਦੇ ਕੇਸ ਤੁਹਾਨੂੰ ਵੀ ਪਤਾ ਹੋਣਗੇ, ਨਿਗੋਸ਼ੀਏਟ ਐਕਟ ਦੇ ਵਿੱਚ ਆਪਾਂ ਲਗਾਉਂਦੇ ਹਾਂ। 142 ਦੇ ਅੰਡਰ ਕੇਸ ਲਗਾਇਆ ਗਿਆ ਸੀ, ਦਵਿੰਦਰ ਵਰਸਿਸ ਨਿਤਿਨ ਕੰਦਵਾਲ। ਉਹਦੇ ਵਿੱਚ ਮੈਮ 142 ਦੇ ਵਿੱਚ ਸਮਨਿੰਗ ਬੰਦੀ ਸੀ, ਕਿਉਂਕਿ ਕਲਾਇੰਟ ਦੀ ਅਮਾਊਂਟ ਬਹੁਤ ਛੋਟੀ ਸੀ 15,000, ਇਸ ਕਰਕੇ ਉਹਨੂੰ ਥਾਣੇ ਦੇ ਵਿੱਚ ਕੰਪਲੇਂਟ ਕੀਤੀ, ਰਾਈਟ ਟੂ ਇਨਫੋਰਮੇਸ਼ਨ ਐਕਟ ਲਗਾਇਆ, ਉਹਨੂੰ ਨਹੀਂ ਮਿਲਿਆ ਮਤਲਬ ਉੱਥੋਂ ਦੀ ਇਨਸਾਫ, ਤਾਂ ਉਹ ਕੋਰਟ ਦੇ ਵਿੱਚ ਗਿਆ। 142 ਸੈਕਸ਼ਨ ਇਹ ਕਹਿੰਦਾ ਹੈ ਕਿ ਅਗਰ ਤੁਸੀਂ ਲੇਟ ਹੋ ਗਏ ਹੋ, ਉਹਦੇ ਤੁਹਾਡੇ ਕੋਲ ਹੈਗੀ ਹੈ ਗਰਾਊਂਡ ਕਿਉਂ ਲੇਟ ਹੋਏ ਹੋ ਔਰ ਡਾਕੂਮੈਂਟਸ ਹੈਗੇ ਆ, ਤਾਂ 142 ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਹੋ। ਬਟ ਉਹ ਕੇਸ ਕਲੋਜ਼ ਕਰਤਾ ਗਿਆ। ਰੀਜ਼ਨ
ਦਿੱਤਾ ਗਿਆ, ਪਰ ਟਾਈਮ ਦੀ ਕਮੀ ਕਰਕੇ ਅਸੀਂ ਫਰਸਟ ਅਪੀਲ ਨਹੀਂ ਲਗਾ ਪਾਏ, ਲੇਕਿਨ 15,000 ਪਿੱਛੇ ਉਹ ਬੰਦਾ ਵੀ ਜਨੂਨ ਦੇ ਨਾਲ ਲੜਿਆ। ਕਾਫੀ ਇਦਾਂ ਦੇ ਕੇਸਿਸ ਹੁੰਦੇ ਆ। ਦੀਪਤੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਚੈਨਲ ਤੇ ਜੁੜਨ ਲਈ। ਆਈ ਐਮ ਸ਼ੋਰ ਕਿ ਥੋੜੀ ਜਿਹੜੀ ਸਟੋਰੀ ਹੈ, ਜੋ ਮਿਹਨਤ ਦੇ ਨਾਲ ਤੁਸੀਂ ਆਪਣੀ ਆਇਡੈਂਟੀਟੀ ਕ੍ਰੀਏਟ ਕੀਤੀ ਹੈ, ਖੜੇ ਰਹੇ ਹੋ, ਪੇਰੈਂਟਸ ਦੀ ਸਪੋਰਟ ਹੁੰਦਾ ਹੈ। ਕਈ ਵਾਰ ਜੇ ਮਾਂ ਦਾ ਸਾਇਆ ਸਿਰੋਂ ਹਟ ਜਾਏ ਤਾਂ ਬੰਦਾ ਕਮਜ਼ੋਰ ਜ਼ਰੂਰ ਹੋ ਜਾਂਦਾ ਹੈ, ਬਟ ਤੁਸੀਂ ਉਹਨੂੰ ਵੀ ਨਹੀਂ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ, ਉਹਨੂੰ ਐਜ਼ ਐਨ એનર્ਜੀ ਲਿਆ ਕਿ ਮੇਰੀ ਮਾਂ ਮੇਰੇ ਨਾਲ ਹੈ, ਚਾਹੇ ਨਹੀਂ ਆਈ ਬਟ ਉਹਦੀ ਸ਼ਕਤੀ, ਰੱਬ ਦੀ ਸ਼ਕਤੀ ਮੇਰੇ ਨਾਲ ਹੈ, ਮੇਰੀ ਮਾਂ ਮੇਰੇ ਨਾਲ ਹੈ। ਤੇ ਬਹੁਤ ਵੱਡੀ ਮਿਸਾਲ ਹੈ ਉਹ ਉਹਨਾਂ ਸਾਰੇ ਲੋਕਾਂ ਲਈ ਜੋ ਇਸ ਵਕਤ ਤੁਹਾਡੀ ਇੰਟਰਵਿਊ ਸੁਣ ਰਹੇ ਨੇ, ਜੋ ਤੁਹਾਨੂੰ ਦੇਖ ਰਹੇ ਨੇ, ਤੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਤੇ ਯੂ ਆਰ ਐਨ ਇਨਸਪੀਰੇਸ਼ਨ ਫॉर ਆਲ ਆਫ ਅਸ। ਬਹੁਤ ਬਹੁਤ ਸ਼ੁਕਰੀਆ ਜੌਨ 에ਅਰ ਤੇ ਜੁੜਨ ਲਈ। ਮੈਮ ਸੋਸ਼ਲ ਲਾਈਫ ਦੇ ਵਿੱਚ ਵੀ ਮੈਂ ਤੁਹਾਡੇ ਚੈਨਲ ਦੇ ਜਰੀਏ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ। ਦਿਵਿਆਂਗ ਦੇ ਲਈ ਮੈਂ ਕੰਮ ਕਰ ਰਹੀ ਹਾਂ, ਕਿਉਂਕਿ ਮੈਂ ਖੁਦ ਵੀ ਦਿਵਿਆਂਗ ਹਾਂ। ਐਂਡ ਦੀਆਂ ਨਵੀਆਂ ਸਕੀਮਸ ਜੋ ਵੀ ਆਉਂਦੀਆਂ ਮੈਂ ਆਪਣੀ ਵੀਡੀਓਜ਼ ਦੇ ਜਰੀਏ ਸਮਰਥ YouTube ਚੈਨਲ ਦੇ ਵਿੱਚ ਪਾਉਂਦੀ ਹਾਂ, ਫੇਸਬੁੱਕ ਦੇ ਵਿੱਚ ਆਪਣੀ ਆਈਡੀ 'ਚ ਵੀ ਪਾਉਂਦੀ ਹਾਂ। ਕੈਂਸਰ ਪੇਸ਼ੈਂਟ ਦੇ ਲਈ CM ਯੋਜਨਾ 1.5 ਲੱਖ ਹੈ, PM ਯੋਜਨਾ 5 ਲੱਖ ਹੈ। ਕਈਆਂ ਨੂੰ ਨਹੀਂ ਪਤਾ, ਸਪੈਸ਼ਲ ਏਬਲ ਸੈਬਰ ਪਾਲਿਸੀ ਆਟਿਜ਼ਮ ਦੇ ਲਈ 500 ਰੁਪਏ ਦੇ ਵਿੱਚ ਨਿਰਾਮਿਆ ਸਕੀਮ ਹੈ ਮੈਡੀਕਲ 1 ਲੱਖ ਦੀ। ਅਗਰ ਕੋਈ ਇਹ ਆਫਿਸ ਦੇ ਵਿੱਚ ਆ ਸਕਦੇ ਹੋ, ਤੁਹਾਨੂੰ ਐਡਵੋਕੇਟ ਫ੍ਰੀ ਆਫ ਕਾਸਟ ਪ੍ਰੋਵਾਈਡ ਹੋਏਗਾ, ਤੇ ਉਹਦੇ ਲਈ ਤੁਸੀਂ ਮੈਨੂੰ ਵੀ ਸੰਪਰਕ ਕਰ ਸਕਦੇ ਹੋ। ਜਿੰਨੀ ਕੋ ਮਦਦ ਰੱਬ ਚਾਹੇਗਾ ਮੈਂ ਜ਼ਰੂਰ ਕਰਾਂਗੀ। ਲੇਕਿਨ ਇੱਕ ਮੈਸੇਜ ਹੋਰ ਹੈ ਤੁਹਾਡੇ ਲਈ, ਦੀਪਤੀ ਸਲੂਜਾ ਸਿਰਫ ਉਹਨਾਂ ਦੇ ਨਾਲ ਖੜੀ ਹੈ ਜਿਹੜੀ ਸਮਰਥ ਸੋਚ ਰੱਖਦੇ ਆ ਔਰ ਸਮਰਥ ਬਣਨ ਦੀ ਕੋਸ਼ਿਸ਼ ਕਰ ਰਹੇ ਹੈ। ਦੀਪਤੀ ਸਲੂਜਾ ਤੁਹਾਡੀ ਲੜਾਈ ਨਹੀਂ ਲੜੇਗੀ, ਤੁਹਾਡੀ ਲੜਾਈ ਤੁਸੀਂ ਖੁਦ ਲੜਨੀ ਹੈ। ਹਾਂ, ਦੀਪਤੀ ਸਲੂਜਾ ਤੁਹਾਡੀ ਲੜਾਈ ਦੇ ਵਿੱਚ ਮਦਦ ਜ਼ਰੂਰ ਕਰੇਗੀ ਜਿੱਥੇ ਤੁਹਾਨੂੰ ਜੋ ਮਦਦ ਚਾਹੀਦੀ ਹੈ। ਤਾਂ ਇੱਕ ਸੰਦੇਸ਼ ਹੈ ਮੇਰਾ ਤੁਹਾਨੂੰ ਇੱਕ ਪੋਇਟਰੀ ਦੇ ਰੂਪ ਵਿੱਚ। हाँ मैं दिव्यांग हूँ, हाँ मैं दिव्यांग हूँ, लेकिन मैं हिम्मत हूँ। हाँ मैं दिव्यांग हूँ, हाँ मैं दिव्यांग हूँ, लेकिन मैं हौसला हूँ। हाँ मैं दिव्यांग हूँ, हाँ मैं दिव्यांग हूँ, लेकिन आशा की किरण हूँ। हाँ मैं दिव्यांग हूँ, हाँ मैं दिव्यांग हूँ, लेकिन मैं बहादुर हूँ। मैं बुलंदी हूँ, मैं बुलंदी हूँ और मैं सकारात्मक सोच हूँ। क्यों नहीं देखते आप हमारी नज़रों में? देखो तो सही, क्या पता हम तुमसे भी ज़्यादा कर सके। असमर्थ 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 कहकर कहीं ऐसा तो नहीं तुम है इंसान, कहीं ऐसा तो नहीं तुम समर्थ की सोच से भी कुछ नीचे गिर रहे हो। समर्थ असमर्थ कुछ नहीं होता, समर्थ असमर्थ कुछ नहीं होता, होती है तो सिर्फ इंसान की सोच। तो आप भी हमें मौका दो, शायद आपके दिए हुए मौके से हम हौसलों की उड़ान और हौसलों के पंख से बहुत ऊंची उड़ान उड़ सके जो आपने कभी सोचा भी नहीं। इंसान वो कुछ कर जाता है जो उसने कभी सोचा नहीं होता, और वो कुछ कर दिखाता है जो कभी उसने देखा भी नहीं होता। ਤੁਹਾਡੇ ਚੈਨਲ ਦਾ ਮੈਡਮ ਬਹੁਤ ਬਹੁਤ ਥੈਂਕ ਯੂ, ਜਿਹੜਾ ਤੁਸੀਂ ਟਾਈਮ ਕਰਕੇ ਔਰ ਕੋਵਿਡ-19 ਦੀ ਪ੍ਰੋਬਲਮ ਨੂੰ ਹੁੰਦੇ ਹੋਏ ਵੀ ਤੁਸੀਂ ਆਏ ਹੋ। ਥੈਂਕ ਯੂ ਬਹੁਤ ਬਹੁਤ ਮੈਮ। ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਇਹ ਸੀ ਅੱਜ ਸਾਡੇ ਨਾਲ ਐਡਵੋਕੇਟ ਦੀਪਤੀ ਸਲੂਜਾ, ਜਿਨ੍ਹਾਂ ਦੀ ਲਾਈਫ ਹਿਸਟਰੀ ਬਾਰੇ ਜਾਣਿਆ ਤੇ ਕਿਵੇਂ ਔਂਕੜਾਂ ਦਾ ਸਾਹਮਣਾ ਕਰਦੇ ਹੋਏ ਵੀ ਉਹਨਾਂ ਨੇ ਜਿਹੜਾ ਆਪਣੇ ਸੁਪਨਾ ਆਪਣੇ ਅੱਖਾਂ 'ਚ ਸੋਚਿਆ ਸੀਗਾ, ਦੇਖਿਆ ਸੀਗਾ, ਉਸਨੂੰ ਕਿੰਨੀਆਂ ਵੀ ਔਂਕੜਾਂ ਕਿਉਂ ਨਾ ਆਈਆਂ ਹੋਣ ਪਰ ਉਸਨੂੰ ਪੂਰਾ ਕੀਤਾ ਤੇ ਅੱਜ ਬਾਖੂਬੀ ਪੂਰੇ ਸ਼ਹਿਰ 'ਚ ਆਪਣਾ ਨਾਮ ਕਮਾਇਆ। ਹੋਰ ਖਬਰਾਂ ਲਈ ਦੇਖਦੇ ਰਹੋ ਔਨ 에ਅਰ। ਕੈਮਰਾਮੈਨ ਸਤਵੰਤ ਦੇ ਨਾਲ ਜਸਨੂਰ ਤਵਨ, ਔਨ 에ਅਰ ਲੁਧਿਆਣਾ।